सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसे भी सच। आद सच जुगाद सच है भी सच नानक होसी भी सच। गुरु नानक पद पंकज बंदन पंकज बंदन सिमरो अंगद दुख निकंदन। अमरदास गुर हृदय त्याओ हृदय त्याओ श्री गुरु रामदास गुण गाओ। श्री अर्जन बेगनन के नासक बेगनन के नासक हरे गोविंद शुभ मत प्रकाशक। श्री हर राय नमोकार जोरी नमोकार जोरी। श्री हर कृष्ण मनाओ बहोरी। तेग बहादुर परम कृपाला परम कृपाला। श्री गुरु गोविंद सिंह विशाला। तरो तारा पर पुन पुन सीसा पुन पुन सीसा। बंदो बार बार जगदीशा। या मैं अमृत नाम है माणक भगत बैराग। श्री गुरु ग्रंथ साहिब ओदत बंदो कर अनुराग। एक अंकारा सतगुरु ते प्रसाद सच होए। वाहेगुरु जी की फतेह है बिघन विनाशन सोए। वाहेगुरु जी की फतेह है बिघन विनाशन सोए। सतनाम श्री वाहेगुरु साहिब जी।
ਸਵਾ ਜਾਮ ਨਿਸ ਤਜੀ ਗੁੜਾਕਾ, ਉਠੇ ਸ਼ਾਂਤ ਦਾ ਦਰਸ਼ਨ ਜਾਕਾ। ਸਭੈ ਸੌਂਚ ਸੌਕੀਨ ਇਸ਼ਨਾਨਾ, ਆਸਨ ਕਰ ਬੈਸੇ ਨਿਜ ਧਿਆਨਾ। ਸਵਾ ਜਾਮ ਨਿਸ ਤਜੀ ਗੁੜਾਕਾ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ। ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ। ਜੁਗੋ ਜੁਗ ਅਟਲ, ਸ਼ਬਦ ਅਵਤਾਰ। ਸਿੱਖਾਂ ਸੇਵਕਾਂ ਨੂੰ ਸੁਖ ਦੇਣ ਵਾਲੇ, ਜਬਰ ਛਤਰ ਤਖਤ ਦੇ ਮਾਲਕ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫੇਰ ਆਖੋ ਜੀ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਸੰਧਿਆ ਦੇ ਸਮੇਂ ਦੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੋ ਨਿਮਾਣਿਆਂ ਨੂੰ ਮਾਣ ਬਖਸ਼ਦੇ ਨੇ, ਨਿਤਰਿਆਂ ਦੀ ਧਿਰ ਬਣ ਕੇ ਖੜੇ ਹੋ ਜਾਂਦੇ ਨੇ, ਉਹਨਾਂ ਦੇ ਹੱਕ ਵਿੱਚ ਖੜ ਜਾਂਦੇ ਨੇ। ਨਿਮਾਣਿਆਂ ਨੂੰ ਬਹੁਤ ਵੱਡਾ ਮਾਣ ਬਖਸ਼ਿਸ਼ ਕਰ ਦਿੰਦੇ ਨੇ। ਐਸੇ ਗਰੀਬ ਨਵਾਜ ਜਿਹੜੇ ਗਰੀਬਾਂ ਨੂੰ ਗਲ ਲਾਉਂਦੇ ਨੇ, ਨਿਮਾਣਿਆਂ ਲਿਤਾੜਿਆਂ ਨੂੰ ਆਪਣੇ ਸੀਨੇ ਨਾਲ ਲਾਉਂਦੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਵਿਤਕਰਾ ਨਹੀਂ ਕਰਦੇ ਕਿਸੇ ਨਾਲ। ਅਮੀਰ ਆਵੇ, ਗਰੀਬ ਆਵੇ, ਲਾਚਾਰ ਆਵੇ, ਕੋੜੀ ਆਵੇ, ਰਿਸ਼ਤ ਪੁਸ਼ਟ ਆਵੇ, ਕੋਈ ਆਵੇ, ਇੱਥੇ ਤੇ ਇਹ ਲਿਖਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਮੇਰੇ ਗਰੀਬ ਨਵਾਜ਼ ਦਾ ਇਹ ਸੁਭਾਅ ਹੈ, ਜਿਹੜਾ ਵੀ ਕੋਈ ਆਇਆ ਬਸ ਸ਼ਰਨ ਵਿੱਚ ਢਹਿ ਪਵੇ, ਢਹਿ ਪਵੇ। ਆਕੜਨ ਵਾਲੇ ਦੀ ਗੱਲ ਨਹੀਂ ਹੈ। ਹੋਏ ਨਿਮਾਣੀ ਢਹਿ ਪਵਾਂ, ਨਿਮਾਣੇ ਹੋ ਕੇ ਢਹਿ ਜਾਣਾ ਹੋਰ ਗੱਲ ਹੈ, ਮੱਥਾ ਟੇਕਣਾ ਇੱਕ ਹੋਰ ਗੱਲ ਹੈ। ਕਈ ਵਾਰ ਅੰਦਰ ਹੰਕਾਰ ਹਉਮੈ ਹੁੰਦੀ ਹੈ ਤੇ ਮੱਥਾ ਟੇਕ ਲਈਦਾ, ਪਰ ਨਿਮਾਣੇ ਹੋ ਕੇ, ਨਿਤਾਣੇ ਹੋ ਕੇ, ਸਭ ਕੁਝ ਸੌਂਪ ਕੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਸਭ ਕੁਝ ਦੇ ਕੇ ਨਿਮਾਣੇ ਹੋ ਕੇ ਢਹਿ ਪਈਏ ਤੇ ਸਤਿਗੁਰ ਪਾਤਸ਼ਾਹ ਆਪਣੇ ਸੀਨੇ ਨਾਲ ਲਾ ਲੈਂਦੇ ਨੇ। ਤੇ ਜਿਹੜਾ ਆ ਕੇ ਅੜੇ, ਤੇ ਉਹਦੀ ਬਾਬਤ ਲਿਖਿਆ ਜੋ ਅੜੇ ਸੋ ਝੜੇ, ਉਹਨਾਂ ਨੂੰ ਨਹੀਂ ਬਖਸ਼ਦੇ ਨਾ, ਝੜ ਜਾਂਦੇ ਨੇ। ਸਾਧ ਸੰਗਤ ਝੜ ਜਾਂਦੇ ਨੇ। ਆਓ ਚੱਲ ਰਹੀ ਲੜੀਵਾਰ ਕਥਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਗਤ ਦੇ ਵਾਲੀ, ਦੋ ਜਹਾਨਾਂ ਦੇ ਮਾਲਕ, ਤਿੰਨੇ ਤਾਪਾਂ ਨੂੰ ਹਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਲੜੀਵਾਰ ਚੱਲ ਰਹੀ ਇਤਿਹਾਸ ਦੀ ਕਥਾ ਵਿੱਚ ਕੱਲ ਆਪਾਂ ਨੇ ਸਰਵਣ ਕੀਤਾ
ਗੁਰੂ ਨਾਨਕ ਪਾਤਸ਼ਾਹ ਜੀ ਤਲਵੰਡੀ ਨੂੰ ਅਲਵਿਦਾ ਕਹਿ ਕੇ ਸੁਲਤਾਨਪੁਰ ਵੱਲ ਨੂੰ ਜਾ ਰਹੇ ਨੇ। ਅੱਜ ਦੇ ਚੱਲੇ ਤਲਵੰਡੀ ਤੋਂ ਫਿਰ ਕਦੋਂ ਆਉਣਾ ਇਹ ਕੋਈ ਪਤਾ ਨਹੀਂ ਹੈ। ਕਿੰਨਾ ਸਮਾਂ ਨਿਕਲ ਜਾਵੇਗਾ, ਬਹੁਤ ਲੰਮਾ ਸਮਾਂ ਨਿਕਲੇਗਾ ਵਾਪਸ ਤਲਵੰਡੀ ਆਉਣ ਨੂੰ। ਸਤਿਗੁਰ ਪਾਤਸ਼ਾਹ ਸੁਲਤਾਨਪੁਰ ਆਪਣੀ ਭਾਰਜਾ, ਆਪਣੀ ਧਰਮ ਸੁਪਤਨੀ ਜਗਤ ਮਾਤਾ ਸੁਲੱਖਣੀ ਜੀ ਦੇ ਨਾਲ ਗੱਡੇ ਤੇ ਸਵਾਰ ਹੋ ਕੇ ਪਹੁੰਚ ਗਏ ਨੇ। ਬੇਬੇ ਨਾਨਕੀ ਜੀ ਨੇ ਜੀਓ ਆਇਆਂ ਕੀਤਾ, ਬੜਾ ਸਵਾਗਤ ਕੀਤਾ ਹੈ। ਆਪਣੀ ਭਰਜਾਈ ਮਾਤਾ ਸੁਲੱਖਣੀ ਜੀ ਨੂੰ ਸੁੰਦਰ ਸੋਹਣਾ ਪੀੜਾ ਦਿੱਤਾ ਹੈ, ਬਿਠਾਏ ਨੇ, ਜਲਪਾਨ ਕਰਵਾਇਆ। ਔਰ ਫਿਰ ਬੇਬੇ ਨਾਨਕੀ ਜੀ ਨੇ ਆਪਣੇ ਪੇਕਿਆਂ ਦਾ ਹਾਲ ਚਾਲ ਪੁੱਛਿਆ ਸਾਰਾ। ਮਾਤਾ ਜੀ ਦਾ ਕੀ ਹਾਲ ਹੈ, ਪਿਤਾ ਜੀ ਦਾ ਕੀ ਹਾਲ ਹੈ, ਰਾਏ ਬੁਲਾਰ ਜੀ ਦਾ ਕੀ ਹਾਲ ਹੈ, ਹੋਰ ਆਂਢ ਗੁਆਂਢ ਸਭ ਦੀ ਖੁਸ਼ਖਬਰੀ ਲਈ। ਤੇ ਫਿਰ ਮਿਲਣ ਵਾਲੇ ਆ ਗਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਭਾਈ ਬਾਲੇ ਨੂੰ ਪਤਾ ਲੱਗਿਆ ਸਤਿਗੁਰ ਨਾਨਕ ਪਾਤਸ਼ਾਹ ਆ ਗਏ ਨੇ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ, ਮੈਂ ਦੁਕਾਨ ਨੂੰ ਉਸੇ ਤਰ੍ਹਾਂ ਛੱਡ ਕੇ ਭੱਜਿਆ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ। ਸਤਿਗੁਰੂ ਜੀ, ਤੁਹਾਡੇ ਬਿਨਾ ਮੇਰਾ ਮਨ ਨਹੀਂ ਲੱਗਦਾ, ਤੁਹਾਡੇ ਬਿਨਾ ਮੇਰਾ ਮਨ ਨਹੀਂ ਲੱਗਦਾ। ਬੇਨਤੀਆਂ ਕੀਤੀਆਂ, ਸਤਿਗੁਰ ਪਾਤਸ਼ਾਹ ਪ੍ਰਸੰਨ ਹੋਏ। ਆਖਿਆ ਬਾਲਿਆ, ਤੈਨੂੰ ਕਰਤਾਰ ਚੇਤੇ ਆਵੇ, ਤੈਨੂੰ ਰੱਬ ਚੇਤੇ ਆਵੇ। ਬਹੁਤ ਵੱਡੀ ਅਸੀਸ ਦਿੱਤੀ। ਇਸ ਤੋਂ ਬਾਅਦ ਪਿੰਡ ਦੇ ਪਤਵੰਤੇ ਸੱਜਣ ਜੋ ਗੁਰੂ ਨਾਨਕ ਪਾਤਸ਼ਾਹ ਦੇ ਪ੍ਰੇਮੀ ਨੇ, ਉਹ ਮਿਲਣ ਆਏ। ਔਰ ਸਮਾਂ ਬੀਤਦਾ ਗਿਆ, ਸੰਧਿਆ ਹੋ ਗਈ, ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਸਤਿਗੁਰਾਂ ਦੇ ਲਈ ਰਾਤ ਦਾ ਭੋਜਨ ਬਹੁਤ ਸੁੰਦਰ ਬਣਾਇਆ ਗਿਆ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ। ਸਤਿਗੁਰਾਂ ਨੇ ਪਰਿਵਾਰ ਸਮੇਤ ਭੋਜਨ ਕੀਤਾ। ਫਿਰ ਸਰੀਰ ਆਰਾਮ ਕਰਨ ਵਾਸਤੇ ਸਤਿਗੁਰ ਪਲੰਗ ਤੇ ਲੇਟ ਗਏ ਨੇ। ਔਰ ਸਵਾ ਪਹਿਰ ਰਾਤ ਰਹਿੰਦੀ ਉੱਠਦੇ ਨੇ ਤੇ ਆਓ ਪ੍ਰਸੰਗ ਸਰਵਣ ਕਰੀਏ। ਸਤਿਗੁਰ ਪਾਤਸ਼ਾਹ ਉੱਠ ਕੇ ਕੀ ਕਰਦੇ ਨੇ, ਕਿਸ ਤਰ੍ਹਾਂ ਦੇ ਕੌਤਕ ਸੁਲਤਾਨਪੁਰ ਵਿੱਚ ਵਰਤਦੇ ਨੇ। ਆਓ ਸਾਰੇ ਸਰਵਣ ਕਰੀਏ। ਇੱਕ ਵਾਰੀ ਜਪੋ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੱਜ ਵੱਜ ਕੇ ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਾ ਜਾਮ ਨਿਸ ਤਜੀ ਗੁੜਾਕਾ, ਉਠੇ ਸ਼ਾਂਤ ਦਾ ਦਰਸ਼ਨ ਜਾਗਾ। ਸ਼ਾਂਤ ਸੁਭਾਅ ਗੁਰੂ ਨਾਨਕ ਪਾਤਸ਼ਾਹ ਜੀ ਸਵਾ ਪਹਿਰ ਰਾਤ ਰਹਿੰਦੀ ਉੱਠੇ ਨੇ। ਕਰਮ ਕਰਕੇ ਆਪਣੇ ਨਿਤ ਦੇ ਜੋ ਕਰਮ ਨੇ ਉਹ ਕੀਤਾ ਸਤਿਗੁਰਾਂ ਨੇ। ਜਲ ਪਾਨ ਕੀਤਾ, ਦਾਤਣ ਆਦਿ ਇਸ਼ਨਾਨ ਕੀਤਾ ਹੈ। ਸੁਭਾਅ ਬੜਾ ਸ਼ਾਂਤ ਹੈ ਸਾਧ ਸੰਗਤ।
ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਸ਼ਾਂਤ ਸੁਭਾਅ, ਕੋਈ ਕੁਝ ਕਹੇ ਗੁਰੂ ਨਾਨਕ ਪਾਤਸ਼ਾਹ ਕ੍ਰੋਧਿਤ ਨਹੀਂ ਹੁੰਦੇ। ਕਦ ਤੱਕ ਸ਼ਾਂਤੀ ਰਹੀ ਸਾਧ ਸੰਗਤ ਤੇ ਕਦ ਤੱਕ ਰਹਿਣੀ ਚਾਹੀਦੀ ਹੈ। ਸੁਣਿਓ ਪਿਆਰ ਨਾਲ, ਪੰਜ ਪਾਤਸ਼ਾਹੀਆਂ ਤੱਕ ਸ਼ਾਂਤੀ ਪੂਰੇ ਜੋਬਨ ਤੇ ਰਹੀ। ਪੰਜ ਪਾਤਸ਼ਾਹੀਆਂ ਤੱਕ ਸ਼ਾਂਤੀ ਬਰਕਰਾਰ ਪੂਰੇ ਜੋਬਨ ਤੇ। ਔਰ ਸ਼ਾਂਤੀ ਦੇ ਪੁੰਜ ਕਿਹਾ ਜਾਣ ਲੱਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਐਦੋਂ ਵੱਡੀ ਤਾਂ ਸ਼ਾਂਤੀ ਹੋ ਨਹੀਂ ਸਕਦੀ ਕਿ ਸਿਰ ਤੇ ਵੀ ਰੇਤਾ ਪਵੇ ਗਰਮ, ਹੇਠਾਂ ਤਵੀ ਵੀ ਗਰਮ, ਉਦੋਂ ਹੇਠਾਂ ਅੱਗ ਵੀ ਗਰਮ, ਤੇ ਜਿਹੜਾ ਵਿਚਕਾਰ ਬੈਠਾ ਤਵੀ ਤੇ ਰੇਤੇ ਦੇ ਵਿਚਕਾਰ ਬੈਠਾ ਉਹ ਬਰਫ਼ ਵਰਗਾ ਠੰਡਾ। ਐਦੋਂ ਵੱਡੀ ਤਾਂ ਸ਼ਾਂਤੀ ਕੋਈ ਹੋਰ ਹੋ ਨਹੀਂ ਸਕਦੀ। ਪੰਜਵੇਂ ਪਾਤਸ਼ਾਹ ਨੇ ਕੋਈ ਕ੍ਰੋਧ ਕੀਤਾ, ਚੰਦੂ ਨੂੰ ਕੋਈ ਸਰਾਪ ਦਿੱਤਾ, ਉਸ ਪੜਭੂੰਜੇ ਨੂੰ ਜਿਹਨੇ ਗਰਮ ਰੇਤਾ ਪਾਇਆ ਉਹਨੂੰ ਕੋਈ ਸਰਾਪ ਨਹੀਂ ਦਿੱਤਾ, ਕਿਸੇ ਨੂੰ ਕੁਝ ਨਹੀਂ ਆਖਿਆ। ਸ਼ਾਂਤੀ ਦੀ ਹੱਦ ਹੈ ਇਹ ਸ਼ਾਂਤੀ ਦੀ ਹੱਦ ਹੈ। ਔਰ ਵਾਰੀ ਆ ਗਈ ਛੇਵੇਂ ਪਾਤਸ਼ਾਹ ਜੀ ਦੀ, ਔਰ ਇਹ ਗੱਲ ਸਮਝ ਵਿੱਚ ਆ ਗਈ ਕਿ ਸ਼ਾਂਤੀ ਨੂੰ ਪੱਕਾ ਰੱਖਣ ਵਾਸਤੇ, ਸ਼ਾਂਤੀ ਨੂੰ ਬਚਾਉਣ ਵਾਸਤੇ ਤਲਵਾਰ ਚੁੱਕਣੀ ਜਾਇਜ਼ ਹੈ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸ਼ਾਂਤੀ ਰੱਖਣੀ ਹੈ ਨਾ, ਸ਼ਾਂਤੀ ਬਚਾਉਣੀ ਹੈ, ਤੇ ਉਹਦੀ ਵੀ ਫਿਰ ਰਾਖੀ ਕਰਨੀ ਪਊ। ਫਿਰ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਦੋ ਤਲਵਾਰਾਂ ਪਾਈਆਂ ਇੱਕ ਦੀ ਬਜਾਏ ਸ਼ਾਂਤੀ ਨੂੰ ਬਚਾਉਣ ਵਾਸਤੇ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਜਦੋਂ ਮੈਂ ਦੇਖਿਆ ਵੀ ਸ਼ਾਂਤੀ ਦੀ ਹੱਦ ਹੋ ਗਈ ਹੈ, ਮੈਂ ਮਜਬੂਰ ਹੋ ਕੇ ਤਲਵਾਰ ਚੁੱਕੀ ਹੈ। ਮੇਰਾ ਜੀ ਨਹੀਂ ਸੀ ਕਰਦਾ ਤੀਰ ਤਲਵਾਰ ਚੱਕਣ ਲਈ, ਪਰ ਜਦੋਂ ਜ਼ੁਲਮ ਦੀ ਅੱਤ ਹੋ ਗਈ ਤੇ ਫਿਰ ਸਾਧ ਸੰਗਤ ਤਲਵਾਰ ਚੱਕਣੀ ਪਈ। ਸ਼ਾਂਤੀ ਕਿਸੇ ਹੱਦ ਤੱਕ ਚਾਹੀਦੀ ਹੈ, ਪਰ ਜਦੋਂ ਕੋਈ ਤੁਹਾਡੇ ਘਰ ਆ ਕੇ ਹੀ ਚੁੱਲ੍ਹਾ ਢਾਉਣ ਲੱਗ ਜਾਵੇ ਤੇ ਫਿਰ ਕੀ ਕਰਾਂਗੇ? ਫਿਰ ਉਹਨੂੰ ਰੋਕਣਾ, ਬਰਦਾਸ਼ਤ ਨਹੀਂ, ਫਿਰ ਉਹਨੂੰ ਰੋਕਣਾ, ਆਪਣਾ ਪੂਰਾ ਬਲ ਲਾ ਕੇ ਰੋਕਣਾ। ਬੁੱਧ ਨੇ ਆਨੰਦ ਨੂੰ ਆਖਿਆ, ਆਨੰਦ ਨੇ ਕਿਹਾ ਬੁੱਧ ਨੂੰ, ਬੁੱਧ ਜੀ ਹਮਲਾਵਰ ਬੜੇ ਆਉਂਦੇ ਨੇ। ਬੁੱਧ ਕਹਿੰਦਾ ਸ਼ਾਂਤ ਰਹੋ, ਅਹਿੰਸਾ ਪਰਮੋ ਧਰਮੋ। ਹਿੰਸਾ ਨਹੀਂ ਕਰਨੀ, ਸ਼ਾਂਤ ਰਹਿਣਾ। ਉਹਨੇ ਆਖਿਆ ਜੀ ਜੇ ਕੋਈ ਅੰਦਰੇ ਆ ਵੜੇ, ਕਹਿੰਦਾ ਫਿਰ ਜ਼ੋਰ ਲਾ ਕੇ ਰੋਕੋ, ਪੂਰਾ ਜ਼ੋਰ ਲਾ ਦਿਓ, ਆਪਣਾ ਤਾਣ ਲਾ ਕੇ ਜ਼ੁਲਮ ਦਾ ਮੁਕਾਬਲਾ ਕਰੋ, ਗਊ ਗਰੀਬ ਦੀ ਰਾਖੀ ਕਰੋ, ਟਾਕਰਾ ਕਰੋ। ਸਾਧ ਸੰਗਤ, ਸ਼ਾਂਤੀ ਕਿਸੇ ਹੱਦ ਤੱਕ, ਪਰ ਫਿਰ ਸ਼ਾਂਤੀ ਨੂੰ ਬਚਾਉਣ ਵਾਸਤੇ, ਫਿਰ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਤਲਵਾਰ ਚੁੱਕਣੀ ਜਾਇਜ਼ ਹੈ, ਨਜਾਇਜ਼ ਨਹੀਂ ਹੈ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮੇਰੇ ਬਚਨ ਨਹੀਂ ਹੈ, ਇਹ ਸਤਿਗੁਰਾਂ ਦੀ ਵਡਿਆਈ ਦੇ ਬਚਨ ਨੇ ਸਾਰੇ। ਇਤਿਹਾਸ ਤੁਹਾਡੇ ਸਾਹਮਣੇ ਹੈ, ਫੋਲ ਕੇ ਦੇਖਿਓ, ਫੋਲ ਕੇ ਦੇਖਿਓ ਇਤਿਹਾਸ ਨੂੰ ਵੀ। ਇਤਿਹਾਸ ਕੀ ਕਹਿੰਦਾ? ਸਾਧ ਸੰਗਤ, ਸ਼ਾਂਤੀ ਦੇ ਪੁੰਜ ਗੁਰੂ ਨਾਨਕ ਪਾਤਸ਼ਾਹ ਸਵਾ ਪਹਿਰ ਰਾਤ ਰਹਿੰਦੀ ਜਾਗੇ ਤੇ ਆਪਣਾ ਕਰਮ ਕੀਤਾ ਹੈ। ਸਭੈ ਸੋਚ ਸੋ ਕੀਨ ਇਸ਼ਨਾਨਾ, ਆਸਨ ਕਰ ਬੈਸੇ ਨਿਜ ਧਿਆਨਾ। ਇਸ਼ਨਾਨ ਕੀਤਾ ਸੁਚ ਸੰਜਮ ਕਰਕੇ, ਸਤਿਗੁਰ ਬਸਤਰ ਪਾ ਕੇ ਆਪਣੇ ਨਿਜ ਸਰੂਪ ਦੇ ਧਿਆਨ ਵਿੱਚ ਹੋ ਗਏ। ਇਹ ਬਚਨ ਆਪਾਂ ਨੇ ਪਹਿਲਾਂ ਵੀ ਕਰ ਲਿਆ।
ਨਿਜ ਸਰੂਪ ਦਾ ਧਿਆਨ। ਕਿਹਦਾ ਧਿਆਨ ਕਰਨਾ ਹੈ ਜੀ? ਨਿਜ ਸਰੂਪ। ਪਤਾ ਹੈ ਨਿਜ ਸਰੂਪ ਕੀ ਹੁੰਦਾ ਹੈਗਾ? ਨਿਜ ਸਰੂਪ ਕੀ ਹੁੰਦਾ ਹੈ ਜੀ? ਆਪਣੇ ਤੇ ਹੀ ਕੰਮ ਕਰਨਾ ਹੈ, ਆਪਣੇ ਐਸ ਸਰੀਰ ਤੋਂ ਬਾਹਰ ਨਹੀਂ ਜਾਣਾ। ਧਿਆਨ ਆਪਣੇ ਉੱਪਰ ਰੱਖ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ। ਜੋ ਵੀ ਤੁਹਾਡੇ ਕੋਲ ਮੰਤਰ ਹੈ, ਕਿਸੇ ਕੋ ਰਾਮ ਹੈ, ਕਿਸੇ ਕੋ ਅੱਲਾ ਹੈ, ਕਿਸੇ ਕੋ ਸੋਹੰਗ ਹੈ, ਕਿਸੇ ਕੋ ਓਮ ਹੈ, ਕਿਸੇ ਕੋ ਜੋਤ ਨਿਰੰਜਨ ਹੈ, ਕਿਸੇ ਕੋਲ ਜੋ ਵੀ ਹੈ, ਆਪਣੇ ਗੁਰਮੰਤਰ ਦਾ ਅਭਿਆਸ ਕਰੋ, ਪਰ ਆਪਣੇ ਨਿਜ ਸਰੂਪ ਤੇ ਰਹੋ। ਆਪਣੇ ਸਰੂਪ ਦਾ ਧਿਆਨ, ਬਾਹਰਲਾ ਧਿਆਨ ਨਹੀਂ। ਬਾਹਰ ਕਿਸੇ ਵੀ ਵਸਤੂ ਦਾ ਧਿਆਨ ਨਹੀਂ ਕਰਨਾ। ਸਤਿਗੁਰੂ ਆਪਣੇ ਨਿਜ ਸਰੂਪ ਦੇ ਧਿਆਨ ਵਿੱਚ ਹੋ ਗਏ। ਸਿਮਰਨ ਸੇ ਹੋਈ ਜਬ ਭੋਰਾ, ਗਵਨੇ ਬਹੁਰ ਨਿਖਦਿਆ ਓਰਾ। ਫਿਰ ਰਾਤ ਬੀਤ ਗਈ, ਅੰਮ੍ਰਿਤ ਵੇਲੇ ਹੋ ਗਿਆ, ਪੌ ਫਟਾਲਾ ਹੋ ਗਿਆ, ਔਰ ਸਤਿਗੁਰ ਪਾਤਸ਼ਾਹ ਹੁਣ ਆਪਣੇ ਕੰਮ ਵੱਲ ਨੂੰ ਜਾਣਗੇ। ਕਰਨ ਲਗੇ ਬੈਸ ਕ੍ਰਿਤ ਮੋਦੀ, ਲੈਣ ਦੇਣ ਕੇ ਜੋ ਨਿਰਪਲੋਦੀ। ਬਸ ਜਾ ਕੇ ਫਿਰ ਆਪਣੀ ਕਿਰਤ ਕਰਨ ਲੱਗੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਦੀ ਕਿਰਤ ਕੀ ਹੈ ਜੀ? 13 ਤੋਲਣਾ। ਮੋਦੀ ਖਾਨੇ ਦੀ ਕਿਰਤ ਕਰਦੇ ਨੇ ਨਾ, ਦੁਕਾਨਦਾਰੀ ਕਰਦੇ ਨੇ ਤੇ ਆਏ ਗਏ ਨੂੰ ਸੌਦਾ ਦਿੰਦੇ ਨੇ। ਇਹ 10 ਨੋਹਾਂ ਦੀ ਕਿਰਤ ਕਰਦੇ ਨੇ, ਠੱਗੀ ਦਾ ਮਸਾਲਾ ਨਹੀਂ ਕਰਦੇ, ਠੱਗੀ ਵਾਲਾ ਕੰਮ ਨਹੀਂ ਕਰਦੇ। ਸੌਦਾ ਤਾਂ ਮੰਗਿਆ ਕਿਲੋ ਤੇ ਦੇਣਾ 800 ਗ੍ਰਾਮ, ਉਹ ਨਹੀਂ ਕਰਦੇ। ਗੁਰੂ ਨਾਨਕ ਪਾਤਸ਼ਾਹ ਜਿਹਨੂੰ ਦਿੰਦੇ ਨੇ, ਜਿਹਨੇ ਇੱਕ ਮਣ ਮੰਗਿਆ ਨਾ, ਮਣ ਮੰਗਿਆ, ਉਹਨੂੰ 1.25 ਮਣ ਦੇ ਦੇਣਾ। ਜਿਹਨੇ ਸੇਰ ਮੰਗਿਆ, ਉਹਨੂੰ 1.25 ਸੇਰ ਦੇ ਦੇਣਾ। ਵਾਧਾ ਕਰ ਕਰਕੇ ਦਿੰਦੇ ਨੇ। ਸਤਿਗੁਰ ਪਾਤਸ਼ਾਹ ਨਿਜ ਸਰੂਪ ਦਾ ਧਿਆਨ ਕੀਤਾ। ਅੰਮ੍ਰਿਤ ਵੇਲਾ ਹੋ ਗਿਆ, ਦਿਨ ਚੜ ਗਿਆ, ਸਤਿਗੁਰਾਂ ਨੇ ਭੋਜਨ ਪਾਇਆ, ਆਪਣੀ ਦੁਕਾਨ ਤੇ ਚਲੇ ਗਏ ਤੇ ਜਾ ਕੇ ਕੀ ਤੋਲਦੇ ਨੇ? ਮੋਦੀ ਖਾਨੇ ਬੈਠੇ ਸਤਿਗੁਰ 13 ਤੋਲਦੇ। ਮੋਦੀ ਖਾਨੇ ਬੈਠੇ ਸਤਿਗੁਰ 13 ਤੋਲਦੇ। ਮੋਦੀ ਖਾਨੇ ਬੈਠੇ ਗੱਜ ਵੱਜ ਕੇ 13 ਤੋਲਦੇ। ਮੋਦੀ ਖਾਨੇ ਬੈਠੇ ਸਭ ਕੁਛ ਤੇਰਾ ਬੋਲਦੇ, ਸਭ ਕੁਛ ਤੇਰਾ ਬੋਲਦੇ। ਸਭ ਕੁਛ ਤੇਰਾ ਬੋਲਦੇ, ਸਭ ਕੁਛ ਤੇਰਾ ਬੋਲਦੇ। ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਦੇਣਾ ਕਿਹਨੂੰ ਹੈ ਜੀ? ਦੇਣਾ ਕਿਹਨੂੰ ਹੈ? ਉਸੇ ਨੂੰ ਦੇਣਾ ਹੈ, ਉਸੇ ਨੂੰ ਦੇਣਾ ਹੈ। ਜਿਹਦਾ ਹੈ ਉਸੇ ਨੂੰ ਦੇਣਾ ਹੈ। ਦੇਣ ਵਾਲਾ ਵੀ ਆਪ ਤੇ ਲੈਣ ਵਾਲਾ ਵੀ ਆਪ। ਦੇਣ ਵਾਲਾ ਵੀ ਆਪ, ਲੈਣ ਵਾਲਾ ਵੀ ਆਪ, ਤੇ ਵਸਤੂ ਵੀ ਆਪ ਹੀ ਹੈ। ਕਰਤ ਕਿਤਕ ਜਬ ਕਾਲ ਬਿਤਾਵਾ, ਲੈਨ ਸੁਤਾ ਨਿਜ ਮੂਲਾ ਆਵਾ। ਕਿੰਨੇ ਦਿਨ ਬੀਤ ਗਏ ਇਸੇ ਤਰ੍ਹਾਂ ਕਿਰਤ ਕਰਦਿਆਂ ਮੋਦੀ ਦੀ। ਤੇ ਇੱਕ ਦਿਨ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਮੂਲਾ ਖੱਤਰੀ ਆ ਗਿਆ ਆਪਣੀ ਪੁੱਤਰੀ ਨੂੰ ਲੈਣ ਵਾਸਤੇ। ਦੋਹਰਾ ਦੋਏ ਦਿਵਸ ਰਹਿ ਕਰ ਨਗਰ, ਲੈ ਤਨਿਆ ਨਿਜ ਸੰਗ। 2 ਦਿਨ ਰਿਹਾ ਮੂਲਾ ਖੱਤਰੀ ਭਾਈਆ ਜੈ ਰਾਮ ਜੀ ਦੇ ਘਰ, ਔਰ 2 ਦਿਨ ਰਹਿ ਕੇ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਵਾਪਸ ਬਟਾਲੇ ਨੂੰ ਚਲੇ ਗਏ। ਕਰਮ ਕਰਮ ਪਹੁੰਚੋ ਸਦਨ ਕੋ, ਮੂਲਾ ਹੋਏ ਉਮੰਗ। ਬਹੁਤ ਖੁਸ਼ੀ ਦੇ ਨਾਲ ਮਾਤਾ ਸੁਲੱਖਣੀ ਜੀ ਤੇ ਮੂਲਾ ਜੀ
ਆਪਣੇ ਘਰ ਚਲੇ ਗਏ। ਚੌਪਈ ਪੂਰਬ ਔਰ ਉਦਾਰਤਾ ਜੈਸੀ ਹਾਂ। ਕਰਹਿ ਬਹੁਰ ਸੁਖ ਸਾਗਰ ਤੈਸੀ। ਜਿੱਦਾਂ ਦੇ ਪਹਿਲਾਂ ਦਿਆਲੂ ਸੀ ਸਤਿਗੁਰ ਪਾਤਸ਼ਾਹ ਹੁਣ ਵੀ ਉਦਾਂ ਦੇ ਹੀ ਦਿਆਲੂ ਨੇ। ਜਿੱਦਾਂ ਪਹਿਲਾਂ ਮੋਦੀ ਖਾਨਾ ਚਲਾਉਂਦੇ ਸੀ ਹੁਣ ਵੀ ਉਦਾਂ ਹੀ ਚਲਾਉਂਦੇ ਹਨ। ਜਿਉ ਸੁਰ ਸਰਗਤ ਪ੍ਰਾਂਚੀ ਗਵਨੀ ਕਬੇ ਨਾ ਬਹਿਰੇ ਪੰਚਮ ਅਵਨੀ। ਜਿਸ ਤਰ੍ਹਾਂ ਗੰਗਾ ਉੱਪਰੋਂ ਚੱਲ ਕੇ ਪਹਾੜ ਤੋਂ ਸਮੁੰਦਰ ਵੱਲ ਚੱਲਦੀ ਹੈ, ਪੱਛਮ ਵੱਲ ਨਹੀਂ ਚੱਲਦੀ। ਸਤਿਗੁਰ ਪਾਤਸ਼ਾਹ ਵੀ ਆਪਣੀ ਦਿਸ਼ਾ ਮੁਤਾਬਕ ਚੱਲਦੇ ਨੇ। ਐ ਨਹੀਂ ਕਰਦੇ ਕਿ ਘੱਟ ਤੋਲ ਲਈਏ ਜਾਂ ਚਲੋ ਅੱਜ ਦਿਆਲਤਾ ਨਹੀਂ ਕਰਦੇ, ਨਾ। ਸਤਿਗੁਰਾਂ ਨੇ ਆਪਣਾ ਸੁਭਾਅ ਨਹੀਂ ਬਦਲਿਆ, ਉਸੇ ਤਰ੍ਹਾਂ ਦਿਆਲੂ ਸੁਭਾਅ ਰੱਖਿਆ ਹੈ। ਜਿਉ ਸੂਰਜ ਕੋ ਧਰਮ ਸੁਹਾਵਨ ਸਦਾ ਤਿਮਰ ਕੋ ਕਰਹਿ ਨਿਸ਼ਾਵਨ। ਜਿੱਦਾਂ ਸੂਰਜ ਦਾ ਸੁਭਾਅ ਹੈ ਕਿ ਹਨੇਰੇ ਨੂੰ ਦੂਰ ਕਰਨਾ, ਇਸੇ ਤਰ੍ਹਾਂ ਸਤਿਗੁਰਾਂ ਦਾ ਸੁਭਾਅ ਹੈ। ਗਿਆਨਵਾਨਾਂ ਨੂੰ ਤਾਂ ਗਿਆਨ ਹੈ, ਅਗਿਆਨੀਆਂ ਨੂੰ ਗਿਆਨ ਦਾ ਸੂਰਜ ਵੰਡਦੇ ਹਨ। ਕਿਉ ਰੰਕਨ ਕੋ ਕਸ਼ਟ ਨਿਵਾਰਨ ਕਰਹਿ ਸਦਾ ਜੋ ਦਾਸ ਉਵਾਰਨ। ਆਪਣੇ ਦਾਸਾਂ ਨੂੰ ਉਵਾਰਦੇ ਨੇ ਤੇ ਗਰੀਬਾਂ ਦੇ ਕਸ਼ਟ ਦੂਰ ਕਰਦੇ ਹਨ। ਜਿਉ ਸੁਰ ਤਰ ਕੋ ਸੁਭਾਗ ਸੁਭਾਓ ਜਾਚੇ ਸ਼ੂਸ਼ਾ ਸ਼ੋਰ ਨ ਕਾਓ। ਕੋਈ ਵੀ ਮੰਗਤਾ ਆਇਆ ਦਰਵਾਜੇ ਤੇ ਸਤਿਗੁਰਾਂ ਨੇ ਖਾਲੀ ਨਹੀਂ ਮੋੜਿਆ। ਕਿਉ ਜੋ ਕਰੈ ਅਰਥ ਨਾ ਰੰਕਾ ਦੇ ਸਬਨ ਕੋ ਬਦਨ ਮੇ ਅੰਕਾ। ਸਤਿਗੁਰ ਪਾਤਸ਼ਾਹ ਬੜੀ ਖੁਸ਼ੀ ਦੇ ਨਾਲ ਸਾਰਿਆਂ ਨੂੰ ਅਰਥ ਚਾਰਾ ਵੰਡਦੇ ਹਨ। ਦੌਲਤ ਖਾਨ ਖਰਚ ਤਹਿ ਥੋਰਾ ਹੋਤ ਵਿਸਾਲਾ ਰੰਕਨ ਓਰਾ। ਦੌਲਤ ਖਾਂ ਖਰਚਾ ਤਾਂ ਥੋੜਾ ਦੇ ਰਿਹਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਵਿਸ਼ਾਲ ਵੰਡੀ ਚਲੇ ਜਾ ਰਹੇ ਹਨ। ਸਰਬ ਦਿਵਸ ਮੈਂ ਅਪਰ ਨਕਾਰਾ ਬੀਤਹਿ ਦੇਤੇ ਦਾਨ ਉਦਾਰਾ। ਉਦਾਰ ਹੋ ਕੇ, ਦਿਆਲੂ ਹੋ ਕੇ ਦਾਨ ਦਿੰਦੇ ਨੇ। ਦਾਨ ਇੱਕ ਵਾਰੀ ਆਖੋ ਸਤਨਾਮ ਸ੍ਰੀ। ਦਾਨ ਦੀਏ ਧਨ ਨਾ ਘਟੇ। ਦਾਨ ਕਰਦੇ ਨੇ ਸਤਿਗੁਰ ਪਾਤਸ਼ਾਹ। ਫਿਰ ਲੋਕਾਂ ਵਿੱਚ ਚਰਚਾ ਵੀ ਹੋਣੀ ਹੈ ਬਈ ਪਤਾ ਨਹੀਂ ਕਿੱਥੋਂ ਵੰਡਦੇ ਨੇ, ਪਤਾ ਨਹੀਂ ਕਿਵੇਂ ਵੰਡਦੇ ਨੇ, ਇਹ ਚਰਚਾ ਵੀ ਹੋਣੀ ਹੈ। ਸਤਿਗੁਰ ਪਾਤਸ਼ਾਹ ਦਿਆਲੂ ਸੁਭਾਅ ਨੇ, ਦਿਆਲੂ ਸੁਭਾਅ। ਜਿਹੜਾ ਵੀ ਆਇਆ ਜਾਚਕ ਉਹਦੀ ਝੋਲੀ ਭਰ ਦਿੱਤੀ। ਕਿਸੇ ਨੇ ਅਨਾਜ ਮੰਗਿਆ, ਉਹਦੀ ਅਨਾਜ ਨਾਲ ਝੋਲੀ ਭਰੀ। ਕਿਸੇ ਨੇ ਧਨ ਮੰਗਿਆ, ਧਨ ਦਿੱਤਾ। ਕਿਸੇ ਨੇ ਬਸਤਰ ਮੰਗੇ, ਸਤਿਗੁਰਾਂ ਨੇ ਬਸਤਰ ਦੇ ਦਿੱਤੇ। ਦੋਹਰਾ ਮਨੋ ਪੁਨ ਤਨ ਧਾਰ ਨਿਜ ਕੀਨੀ ਆਨ ਦੁਕਾਨ। ਬਸ ਮੰਨ ਲਓ ਵੀ ਇਸ ਤਰ੍ਹਾਂ ਜਿਵੇਂ ਪੁੰਨ ਹੋਣ ਨਾ, ਪੁੰਨਾਂ ਨੇ ਦੇਹ ਧਾਰ ਲਈ ਹੋਵੇ। ਪੁੰਨ ਇਕੱਠੇ ਹੋਏ ਤੇ ਪੁੰਨਾਂ ਨੇ ਦੇਹ ਧਾਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੋਰ ਪੁੰਨ ਕਮਾਉਣ ਲੱਗ ਪਏ ਹਨ। ਨਾਰਦ ਸੁਦਾ ਜੋ ਨਗਨਤਾ ਤਜੇਗੇ ਪੁਰ ਸੁਲਤਾਨ। ਕੋਈ ਵੀ ਦਲਿੱਦਰਤਾ ਤੇ ਨਗਨਤਾ ਸੁਲਤਾਨਪੁਰ ਵਿੱਚ ਨਹੀਂ ਰਹੀ। ਨਾ ਕੋਈ ਦਲਿੱਦਰੀ ਰਿਹਾ, ਨਾ ਕੋਈ ਨਗਨ ਰਿਹਾ। ਸਤਿਗੁਰ ਵੰਡੀ ਚਲੇ ਜਾ ਰਹੇ ਨੇ, ਵੰਡੀ ਚਲੇ ਜਾ ਰਹੇ ਹਨ। ਚੌਪਈ ਬਿਸਮੇ ਨਗਰ ਵਿਖੇ ਨਰ ਨਾਰੀ ਮਨ ਅਨੁਮਾਨਤ ਮਤ ਜਿਨ ਹਾਰੀ। ਬਿਸਮਨੇ ਪਏ, ਹੈਰਾਨ ਹੋ ਰਹੇ ਨੇ ਸੁਲਤਾਨਪੁਰ ਦੇ ਲੋਕ। ਉਹਨਾਂ ਦੇ ਅੰਦਾਜ਼ੇ ਜਿਹੜੇ ਨੇ ਨਾ ਉਹ ਗਲਤ ਸਾਬਤ ਹੋ ਰਹੇ ਨੇ। ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ ਕਿ ਗੁਰੂ ਨਾਨਕ ਜੀ ਵੰਡ ਕਿਵੇਂ ਰਹੇ ਹਨ। ਕੇਊ ਲਖੈ ਰਸਾਇਨ ਕਰਹੀ ਧਰਮ ਵਧਾਵੈ ਕੋਏ ਉਚਰਹੀ। ਕੋਈ ਕਹਿੰਦਾ ਵੀ ਇਹਨਾਂ ਕੋਲ ਰਸਾਇਣ ਬੱਟੀ ਹੈ, ਕੋਈ ਰਸਾਇਣ ਹੈ ਜਿਹਦੇ ਨਾਲ ਲੋਹੇ ਨੂੰ ਸੋਨਾ ਬਣਾ ਕੇ ਵੇਚ ਕੇ ਧਨ ਲੈ ਆਉਂਦੇ ਨੇ, ਫਿਰ ਸਮਾਨ ਪੈ ਲੈਂਦੇ ਨੇ। ਕੋਈ ਕਹਿੰਦਾ ਨਹੀਂ ਨਹੀਂ ਨਹੀਂ, ਏਦਾਂ ਨਹੀਂ ਹੈ, ਇਹਨਾਂ ਦੇ ਪੁੰਨੇ ਹੀ ਇੰਨੇ ਨੇ, ਦਾਨ ਇੰਨਾ ਕਰਦੇ ਨੇ ਕਿ ਦਾਨ ਨਾਲ ਗਾਹਾਂ ਫੇਰ ਵਾਧਾ ਹੋ ਜਾਂਦਾ ਹੈ। ਕੋਈ ਕਲਾਵਾਨ ਅਨੁਮਾਨੇ। ਕੋਈ ਕਹਿੰਦਾ ਵੀ ਨਹੀਂ, ਇਹ ਕਲਾਵਾਨ ਨੇ, ਇਹਨਾਂ ਕੋਲ ਆਪਣੀਆਂ ਕਲਾਵਾਂ ਬੇਅੰਤ ਨੇ,
ਤਾਂ ਇਹ ਇੰਨਾ ਵੰਡ ਰਹੇ ਹਨ। को पारस को पाश बसाने। ਕੋਈ ਕਹਿੰਦਾ ਨਹੀਂ ਵੀ ਏਦਾਂ ਨਹੀਂ ਹੋਣਾ, ਇਹਨਾਂ ਕੋਲ ਪਾਰਸ ਦੀ ਬੱਟੀ ਹੋਣੀ ਹੈ। ਪਾਰਸ ਦੀ ਬੱਟੀ ਨਾ ਮੈਂ ਦੇਖੀ ਨਾ ਤੁਸੀਂ ਦੇਖੀ, ਪਰ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਵੀ ਪਾਰਸ ਦੀ ਬੱਟੀ ਹੁੰਦੀ ਹੈ। ਇੱਕ ਪੱਥਰ ਹੁੰਦਾ ਹੈ, ਲੋਹੇ ਨੂੰ ਲਾ ਦੋ ਸੋਨਾ ਬਣ ਜਾਂਦੀ ਹੈ, ਚਾਂਦੀ ਨੂੰ ਲਾ ਦੋ ਸੋਨਾ ਬਣ ਜਾਂਦੀ ਹੈ, ਪਿੱਤਲ ਨੂੰ ਲਾ ਦੋ ਸੋਨਾ ਬਣ ਜਾਂਦੀ ਹੈ, ਕਾਂਸੀ ਨੂੰ ਲਾ ਦੋ ਸੋਨਾ ਹੋ ਜਾਂਦਾ ਹੈ। ਅਸ਼ਟ ਧਾਤ ਮਿਲ ਕੰਚਨ ਹੋਈ ਹੈ। ਸਾਰ ਕਿਤਾਬਰੀ ਦੇ ਕਰਤਾ ਪੰਡਿਤ ਹਰਦਿਆਲ ਜੀ ਲਿਖਦੇ, ਕਹਿੰਦੇ ਅਸ਼ਟ ਧਾਤ ਮਿਲ ਕੰਚਨ ਹੋਈ ਹੈ। ਅੱਠਾਂ ਧਾਤਾਂ ਨੂੰ ਪਾਰਸ ਜਿਹੜਾ ਸੋਨਾ ਬਣਾ ਦਿੰਦਾ। ਪਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਤਾਂ ਪਹਾੜਾਂ ਦੇ ਪਹਾੜ ਖੜੇ ਨੇ ਸੋਨੇ ਦੇ। ਜਿੱਥੇ ਗੁਰੂ ਨਾਨਕ ਪਾਤਸ਼ਾਹ ਚਰਨ ਧਰਦੇ ਨਾ, ਉਹ ਤਾਂ ਧਰਤੀ ਵੀ ਸੋਨੇ ਦੀ ਹੋ ਜਾਂਦੀ ਹੈ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਰਾਖ ਵੀ ਸੋਨੇ ਦੀ ਹੋ ਜਾਂਦੀ ਹੈ। ਭਾਈ ਗੜੀਆ, ਭਾਈ ਗੜੀਆ ਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਹੈ, ਗੁਰੂ ਘਰ ਦਾ ਸਿੱਖ ਹੈ, ਤੇ ਪਿੱਛੇ ਪਿੱਛੇ ਉਹਦੇ ਫਕੀਰ ਜਾ ਰਿਹਾ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾ ਰਿਹਾ ਭਾਈ ਗੜੀਆ। ਉਹਨੇ ਦੇਖਿਆ ਫਕੀਰ ਨੇ, ਕਹਿੰਦਾ ਦੇਖੋ ਟੁੱਟੇ ਹੋਏ ਛਿੱਤਰ ਪਾਏ ਹੋਏ ਨੇ, ਗੁਰੂ ਆਪਣੇ ਸਿੱਖਾਂ ਨੂੰ ਜੁੱਤੀ ਲੈ ਕੇ ਵੀ ਨਹੀਂ ਦੇ ਸਕਦਾ, ਚੱਲ ਮੈਂ ਇਹਨੂੰ ਪਾਰਸ ਦੀ ਬੱਟੀ ਦੇ ਦਿੰਨਾ, ਇਹ ਸੋਨਾ ਬਣਾ ਲਿਆ ਕਰੂਗਾ ਤੇ ਆਪਣਾ ਗੁਜ਼ਾਰਾ ਵਧੀਆ ਕਰ ਲੂ। ਉਹ ਮਨ ਵਿੱਚ ਸੋਚ ਰਿਹਾ ਫਕੀਰ। ਤੇ ਭਾਈ ਗੜੀਏ ਨੇ ਨੇਤਰ ਬੰਦ ਕਰਕੇ ਤੱਕਿਆ ਜ਼ਮੀਨ ਵੱਲ ਨੂੰ, ਜਿੰਨੇ ਰੋੜੇ ਪਏ ਸੀ ਸਾਰੇ ਸੋਨੇ ਦੇ ਹੋ ਗਏ, ਰੇਤਾ ਵੀ ਸੋਨੇ ਦਾ ਹੋ ਗਿਆ। ਫਕੀਰ ਦੇਖ ਕੇ ਹੈਰਾਨ ਹੋ ਗਿਆ, ਕਹਿਣ ਲੱਗੇ ਫਕੀਰਾ ਇਹ ਤਾਂ ਸੋਨਾ ਗੁਰੂ ਦੇ ਚਰਨਾਂ ਦੀ ਮਿੱਟੀ ਜਿਹੜੀ ਹੈ ਉਹ ਸੋਨਾ ਹੀ ਹੈ ਸਾਰੀ। ਇਹ ਤਾਂ ਸ਼ਬਦ ਹੈ, ਸ਼ਬਦ ਸਭ ਨੂੰ ਸੋਨਾ ਬਣਾ ਦਿੰਦਾ ਹੈ। ਤੂੰ ਮੇਰੇ ਛੇਤਰ ਦੇਖ ਕੇ ਕਹਿਣ ਲੱਗਿਆ ਗਰੀਬ, ਗਰੀਬ ਨਹੀਂ ਹੈ, ਗੁਰੂ ਦਾ ਸਿੱਖ ਬੜਾ ਅਮੀਰ ਹੈ। ਸਤਿਗੁਰ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਪਾਰਸ ਦੇ ਪਹਾੜਾਂ ਦੇ ਪਹਾੜ ਪਏ ਹਨ। ਉਹ ਕਹਿ ਬਰ ਦੀਨੋ ਦੇਵਾ। ਕੋਈ ਕਹਿੰਦਾ ਵੀ ਦੇਵੀ ਦੇਵਤਿਆਂ ਦਾ ਵਰਦਾਨ ਮਿਲਿਆ ਹੋਇਆ ਹੈ। ਉਹ ਜਾਣੈ ਕਿਛ ਤੰਤਰਨ ਸੇਵਾ। ਕੋਈ ਕਹਿੰਦਾ ਨਹੀਂ ਕੋਈ ਜੰਤਰ ਮੰਤਰ ਜਾਣਦੇ ਹੋਣੇ ਨੇ ਨਾਨਕ ਜੀ। ਭਾਗਤ ਓਏ ਕੋਏ ਭਗਤ ਇਹ ਪੂਰਾ। ਕੋਈ ਕਹਿ ਰਿਹਾ ਬਈ ਸਾਨੂੰ ਤਾਂ ਏਦਾਂ ਲੱਗਦਾ ਇਹ ਭਗਤ ਨੇ ਤੇ ਪੂਰੇ ਭਗਤ ਹਨ ਤਾਂ ਇੰਨਾ ਦਾਨ ਕਰਦੇ ਹਨ। ਸ਼੍ਰੀ ਹਰਿ ਕੋਸ਼ ਕਰੈ ਨ ਊਰਾ। ਤਾਂ ਹੀ ਪਰਮਾਤਮਾ ਇਹਨਾਂ ਦੇ ਖਜ਼ਾਨੇ ਭਰ ਰਿਹਾ, ਇਹ ਪੂਰੇ ਭਗਤ ਹਨ। ਕੋਈ ਕਹਿ ਨਿਧ ਸਿਧ ਇਨ ਪਾਸੂ। ਕੋਈ ਲੋਕ ਗੱਲਾਂ ਕਰਦੇ ਨੇ ਨਾਨਕ ਜੀ ਕੋਲ ਰਿੱਧੀਆਂ ਸਿੱਧੀਆਂ ਹੋਣਗੀਆਂ। ਰਿੱਧੀਆਂ ਸਿੱਧੀਆਂ ਕੀ ਨੇ ਸਾਧ ਸੰਗਤ? ਰਿੱਧ ਸਿੱਧ ਨਾਵੇਂ ਕੀ ਦਾਸੀ। ਇੱਕ ਵਾਰੀ ਸਾਰੇ ਬੋਲੋ ਰਿੱਧ ਸਿੱਧ ਨਾਵੇਂ ਕੀ ਦਾਸੀ। ਇੱਕ ਵਾਰੀ ਫਿਰ ਬੋਲੋ ਰਿੱਧ ਸਿੱਧ ਨਾਵੇਂ ਕੀ ਦਾਸੀ। ਬਈ ਤੁਸੀਂ ਜਪਣ ਲੱਗ ਜਾਓ, ਰਿੱਧੀਆਂ ਸਿੱਧੀਆਂ ਤੁਹਾਡੇ ਪਿੱਛੇ ਆ ਜਾਣਗੀਆਂ। ਏਕ ਸ਼ਬਦ ਲਿਵ ਲਾਏ, 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਰਿੱਧੀਆਂ ਸਿੱਧੀਆਂ ਤਾਂ ਪਿੱਛੇ ਲੱਗੀਆਂ ਫਿਰਦੀਆਂ ਨੇ ਜਿਹੜੇ ਜਪਦੇ ਨੇ ਵਾਹਿਗੁਰੂ ਧੰਨ ਵਾਹਿਗੁਰੂ ਜੀ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਕੱਲ ਵੀ ਆਇਆ ਸੀ ਰਾਏ ਬੁਲਾਰ ਨੂੰ, ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਨਾ ਕੱਲ ਵੀ ਰਾਏ ਬੁਲਾਰ ਜੀ ਰੱਬ ਦਾ ਨਾਮ ਜਪੋ, ਤੇ ਨਾਮ ਜਪਣ ਵਾਲਾ ਜਪਦਿਆਂ ਜਪਦਿਆਂ ਨਾਮੀ ਦੇ ਦੇਸ਼ ਚਲਿਆ ਜਾਂਦਾ ਹੈ, ਸੱਚਖੰਡ ਚਲਿਆ ਜਾਂਦਾ ਹੈ। ਕੱਲ ਉਪਦੇਸ਼ ਤਾਂ ਵੱਡਾ ਮਿਲਿਆ,
ਪੂਰਾ ਉਪਦੇਸ਼ ਮਿਲਿਆ ਵੀ ਨਾਮ ਜਪਣਾ ਚਾਹੀਦਾ ਹੈ, ਜ਼ਰੂਰੀ ਹੈ, ਜ਼ਰੂਰੀ ਹੈ। ਪਰ ਇੰਨਾ ਸੁਣਨ ਦੇ ਬਾਅਦ ਵੀ ਅਸੀਂ ਨਹੀਂ ਜਪਦੇ। ਇੱਧਰ ਲੋਕ ਗੱਲਾਂ ਕਰਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਕੋ ਰਿੱਧੀਆਂ ਸਿੱਧੀਆਂ ਹੋਣਗੀਆਂ। ਕੋਈ ਕਹਿੰਦੇ ਦੇਵੀ ਦੇਵਤਿਆਂ ਦਾ ਵਰਦਾਨ ਮਿਲਿਆ, ਕੋਈ ਕਹਿੰਦੇ ਨਹੀਂ ਦਾਨ ਕਰਦੇ ਆ ਤਾਂ ਵੱਧ ਹੈ, ਕੋਈ ਕਹਿੰਦਾ ਨਹੀਂ ਇਹ ਹਰੀ ਪਰਮੇਸ਼ਰ ਦੀ ਖੇਡ ਹੈ। ਦੇਤ ਦਾਨ ਦੀਨਨ ਕੋ ਆਸੂ, ਬਹੁਤ ਵੱਡਾ ਦਾਨ ਦੇ ਰਹੇ ਨੇ ਦੀਨਾਂ ਗਰੀਬਾਂ ਨੂੰ। ਜਿਨ ਪਰ ਕਰੁਣਾ ਦ੍ਰਿਸ਼ਟ ਨਿਹਾਰੀ, ਹਿਰਦੇ ਅਵਦਿਆ ਦੂਰ ਬਿਦਾਰੀ। ਜਿਨ੍ਹਾਂ ਦੇ ਉੱਪਰ ਕਰੁਣਾਮਈ ਦ੍ਰਿਸ਼ਟੀ ਕੀਤੀ, ਉਹਨਾਂ ਦੀ ਅਵਿਦਿਆ ਦਾ ਨਾਸ ਹੋ ਗਿਆ, ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ। ਸੋ ਜਾਣੈ ਪਰਮੇਸ਼ਰ ਆਪੂ, ਧਰ ਅਵਤਾਰ ਕਰੈ ਦੁਖ ਖਾਪੂ। ਕੋਈ ਕਹਿੰਦੇ ਨੇ ਨਹੀਂ ਨਹੀਂ ਪਰਮੇਸ਼ਰ ਆਪ ਹੀ ਨੇ ਗੁਰੂ ਨਾਨਕ ਪਾਤਸ਼ਾਹ। ਇਹ ਕਿਸੇ ਕਿਸੇ ਨੂੰ ਪਤਾ ਲੱਗਦਾ ਹੈ ਪਰਮੇਸ਼ਰ ਆਪ ਹੀ ਨੇ ਗੁਰੂ ਨਾਨਕ ਪਾਤਸ਼ਾਹ। ਪਰਮੇਸ਼ਰ ਹਨ ਤਾਂ ਇੰਨਾ ਧਨ ਵਰਤਾ ਰਹੇ ਹਨ। ਜੋ ਸ਼ਰਧਾ ਧਰ ਦਰਸ਼ਨ ਕਰਹੀ, ਮੋਹ ਜਨਤ ਸੰਸੈ ਸਭ ਹਰਹੀ। ਜਿਹੜੇ ਵੀ ਸ਼ਰਧਾ ਕਰਨਗੇ ਨਾ ਬਿਨਾਂ ਸ਼ੰਕਾ ਤੋਂ, ਬਿਨਾਂ ਸ਼ੰਕਾਵਾਂ ਤੋਂ ਜਿਹੜੇ ਸ਼ਰਧਾ ਕਰਨਗੇ, ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਸਾਰੇ ਕਾਰਜ ਰਾਸ ਕਰਨਗੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਯਕੀਨ ਦੀ ਉਹ ਖੇਡ ਐਸਾ ਸੰਗਤ ਬਣ ਗਿਆ ਤੇ ਬੇੜਾ ਪਾਰ। ਜੇ ਸ਼ੰਕਾਵਾਂ ਰਹਿ ਗਈਆਂ ਫਿਰ ਜਿੱਥੇ ਖੜੇ ਆ ਉੱਥੇ ਹੀ ਹਾਂ। ਜੇ ਕੋ ਸੀਖ ਆਨ ਕਰ ਲਈ, ਬਚਨ ਸੁਨਤ ਭਰਮ ਕੋ ਤਜ ਦੇਈ। ਜਿਹੜੇ ਕੋਈ ਆ ਕੇ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਸੁਣਦੇ ਨੇ, ਸਤਿਗੁਰ ਪਾਤਸ਼ਾਹ ਉਹਨਾਂ ਦੇ ਭਰਮਾਂ ਦਾ ਨਾਸ ਕਰ ਦਿੰਦੇ ਹਨ। ਅਸ ਪ੍ਰਕਾਰ ਬੀਤਾ ਇੱਕ ਮਾਸਾ, ਜਾਚਕ ਮੋਹਰੈ ਕੋ ਨਾ ਨਿਰਾਸਾ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਮਹੀਨਾ ਬੀਤ ਗਿਆ। ਸਤਿਗੁਰ ਪਾਤਸ਼ਾਹ ਘਰ ਆਇਆਂ ਨੂੰ ਵੀ ਦਾਨ ਦਿੰਦੇ ਨੇ, ਦੁਕਾਨ ਤੇ ਬੈਠ ਕੇ ਵੀ ਦਾਨ ਦਿੰਦੇ ਹਨ। ਹਿਰਦੈ ਨਾਨਕੀ ਕੀਨ ਵਿਚਾਰਾ, ਭਰਾਤ ਭਾਰਜਾ ਆਏ ਅਗਾਰਾ। ਇੱਧਰ ਬੇਬੇ ਨਾਨਕੀ ਜੀ ਨੇ ਮਹੀਨੇ ਬਾਅਦ ਵਿਚਾਰ ਕੀਤਾ ਕਿ ਭਰਜਾਈ ਨੂੰ ਜਾ ਕੇ ਲੈ ਕੇ ਆਈਏ। ਭਰਜਾਈ ਨੂੰ ਘਰ ਆਉਣਾ ਚਾਹੀਦਾ, ਆਪਣਾ ਘਰ ਆ ਕੇ ਸੰਭਾਲ ਲਵੇ। ਸਭੈ ਸੰਭਾਰਨ ਸਾਂਭੈ ਸੋਊ, ਤਹਿ ਬਿਨ ਘਰ ਕੀ ਰੀਤ ਨ ਕੋਊ। ਔਰਤ ਤੋਂ ਬਿਨਾ ਘਰ ਨਹੀਂ ਸੰਭਾਲਿਆ ਜਾਂਦਾ, ਬੇਬੇ ਨਾਨਕੀ ਜੀ ਕਹਿ ਰਹੇ ਨੇ ਔਰ ਸਚਾਈ ਕਹਿ ਰਹੇ ਨੇ, ਸੱਚ ਹੈ। ਔਰਤ ਤੋਂ ਬਿਨਾ ਘਰ ਨਹੀਂ ਸੰਭਾਲਿਆ ਜਾਂਦਾ। ਤੇ ਭੇਜੀਏ ਕਿਸੇ ਨੂੰ ਜਾ ਕੇ ਮਾਤਾ ਸੁਲੱਖਣੀ ਜੀ ਨੂੰ ਲੈ ਕੇ ਆਵੇ। ਜਾਂ ਬਿਦ ਕਰ ਉਰ ਕੀ ਅਭਿਲਾਖਾ, ਪਤ ਕੇ ਨਿਕਟ ਬਚਨ ਪੁਨ ਭਾਖਾ। ਫੇਰ ਆਪਣੇ ਪਤੀ ਭਾਈਆ ਜੈ ਰਾਮ ਜੀ ਨਾਲ ਰਹਿ ਕੀਤੀ ਵੀ ਜਾ ਕੇ ਕਿਸੇ ਨੂੰ ਭੇਜੀਏ ਜਿਹੜਾ ਸੁਲੱਖਣੀ ਜੀ ਨੂੰ ਲੈ ਕੇ ਆਵੇ। ਨੇਕ ਜੋਗ ਕੋ ਦੇਹੋ ਪਠਾਈ, ਭਰਾਤ ਭਾਰਜਾ ਲਿਹੋ ਮੰਗਾਈ। ਕਿਸੇ ਯੋਗ ਲਾਗੀ ਨੂੰ ਭੇਜੋ ਤੇ ਮੇਰੀ ਭਰਜਾਈ ਨੂੰ ਲੈ ਕੇ ਆਵੇ। ਸੁਨ ਜੈ ਰਾਮ ਤਜ ਮਨੁਜ ਬੁਲਾਏ, ਭਲੀ ਰੀਤ ਸੋ ਤਹਿ ਪਧਰਾਏ। ਭਾਈਆ ਜੈ ਰਾਮ ਜੀ ਨੇ ਉਸੇ ਵੇਲੇ ਲਾਗੀਆਂ ਨੂੰ ਬੁਲਾਇਆ ਤੇ ਬੁਲਾ ਕੇ ਭੇਜ ਦਿੱਤਾ ਹੈ। ਮੂਲ ਚੰਦ ਕੋ ਸਦਨ ਸੁਹਾਵਾ, ਪਹੁੰਚੇ ਜਾਏ ਸੰਦੇਸ਼ ਸੁਨਾਵਾ। ਜਾ ਕੇ ਮੂਲ ਚੰਦ ਨੂੰ ਦੱਸਿਆ ਕਿ ਅਸੀਂ ਮਾਤਾ ਸੁਲੱਖਣੀ ਜੀ ਨੂੰ ਲੈਣ ਆਏ ਹਾਂ। ਕਰ ਵਿਚਾਰ ਤਬ ਚੰਦੋ ਭਾਗੀ, ਸੁਤਾ ਸਨੇਹ ਵਿਖੇ ਅਨੁਰਾਗੀ। ਮਾਤਾ ਚੰਦੋ ਰਾਣੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੱਸ ਹੈ, ਕੀ ਨਾਮ ਹੈ ਜੀ? ਚੰਦੋ ਰਾਣੀ। ਚੰਦੋ ਨੇ ਆਪਣੀ ਧੀ ਨੂੰ ਤੋਰਨ ਦੀ ਤਿਆਰੀ ਕੀਤੀ ਹੈ। ਵਡ ਭਾਗਨ ਕੀ ਕੀਨੀ ਤਿਆਰੀ, ਦੀਨੀ ਸੰਗ ਸੋਜ ਨਿਜ ਭਾਰੀ। ਬਹੁਤ ਸਾਰੀ ਸਮੱਗਰੀ ਦੇ ਕੇ ਮਾਤਾ ਜੀ ਨੂੰ ਤੋਰ ਦਿੱਤਾ ਹੈ। ਦੇਵੀ ਰੂਪ ਸੁਲੱਖਣੀ ਨਾਮਾ, ਚੜ ਡੋਰੇ ਗਮਨੀ ਅਬਿਰਾਮਾ। ਦੇਵੀ ਰੂਪ ਸੁਲੱਖਣੀ ਨਾਮਾ, ਨਾਮ ਸੁਲੱਖਣੀ ਤੇ ਦੇਵੀ ਦਾ ਸਰੂਪ ਨੇ। ਡੋਲੇ ਚ ਬਿਠਾ ਕੇ ਕਹਾਰ
ਲੈ ਆ ਰਹੇ ਨੇ ਸੁਲਤਾਨਪੁਰ ਵੱਲ ਨੂੰ। ਦਾਸੀ ਸੰਗ ਲਏ ਪੁਰ ਆਈ, ਚਰਨ ਨਾਨਕੀ ਕੇ ਲਪਟਾਈ। ਆ ਗਏ ਨੇ ਸੁਲਤਾਨਪੁਰ, ਦਾਸੀ ਨੂੰ ਵੀ ਨਾਲ ਲੈ ਕੇ ਆਂਦਾ, ਕੰਮ ਕਰਨ ਵਾਲੀਆਂ ਨੂੰ ਅੱਗੇ ਨਾਲ ਹੀ ਲਿਖਦੇ ਸੀਗੇ। ਆ ਕੇ ਮਾਤਾ ਸੁਲੱਖਣੀ ਜੀ ਨੇ ਆਪਣੀ ਜਿਹੜੀ ਵੱਡੀ ਬੇਬੇ ਨਾਨਕੀ ਜੀ ਹੈ, ਇਹ ਕੀ ਲੱਗਦੇ ਨੇ ਜੀ ਇਹਨਾਂ ਦੇ? ਹਾਂ, ਕੀ ਲੱਗਦੇ ਨੇ? ਪੈਰੀ ਹੱਥ ਲਾਇਆ, ਆ ਕੇ ਮੱਥਾ ਟੇਕਿਆ ਚਰਨਾਂ ਤੇ ਬੇਬੇ ਨਾਨਕੀ ਜੀ ਨੇ ਚੱਕ ਕੇ ਗਲਵਕੜੀ ਪਾਈ ਹੈ। ਦੀਨ ਸਿਖਾ ਕਰ ਸਨਮਾਨਾ, ਸਦਨ ਬਸਾਈ ਜੋ ਸੁਭ ਥਾਨਾ। ਫੇਰ ਬੜੇ ਸ਼ੁਭ ਥਾਂ ਤੇ ਬਿਠਾਇਆ ਔਰ ਸਿੱਖਿਆ ਦਿੱਤੀ ਹੈ। तेवा एक केतक दिवस बितावे तेवा, हो तो नकेत नानकी जेवा। किन्ने दिन इसे तरह बीतते गए। बहुर निरारा हरम बनावा, सर्ब रुतन में सुभाग सुभावा। ਲਓ ਜੀ, ਹੁਣ ਤਿਆਰੀ ਹੋ ਗਈ, ਗੁਰੂ ਨਾਨਕ ਪਾਤਸ਼ਾਹ ਦੇ ਲਈ ਵੱਖਰਾ ਘਰ ਬਣ ਗਿਆ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੇਬੇ ਨਾਨਕੀ ਜੀ ਨੇ ਆਪਣੇ ਵਿਹੜੇ ਵਿੱਚ 2 ਕਮਰੇ ਜਾਂ ਕੁਝ ਕਮਰੇ ਵੱਖਰੇ ਰਸੋਈ ਬਣਾ ਦਿੱਤੀ, ਘਰ ਬਣਾ ਦਿੱਤਾ ਔਰ ਸਮਾਨ ਭਰ ਦਿੱਤਾ ਸਾਰੇ ਦਾ ਸਾਰਾ। ਭਾਂਜਨ ਆਦ ਸੋਂਜ ਜੋ ਚਹੀਆ, ਸਭ ਅਨਵਾਨੇ ਧਰੀ ਘਰ ਮਹੀਆ। ਜੋ ਚਾਹੀਦਾ ਸੀ ਘਰ ਦਾ ਸਮਾਨ, ਬਰਤਨ, ਬਿਸਤਰੇ, ਮੰਜਾ, ਪੀੜਾ, ਚਰਖਾ, ਜੋ ਚਾਹੀਦਾ ਸੀ ਸਭ ਕੁਝ ਦਿੱਤਾ ਹੈ। ਸਰਪੀ ਸਿਤਾ ਅਨ ਜੋ ਨੀਕੇ, ਆਨ ਧਰੇ ਸਭ ਭਾਵਤ ਜੀ ਕੇ। ਫਿਰ ਜੋ ਰਸੋਈ ਦਾ ਅਨਾਜ ਚਾਹੀਦਾ ਸੀ, ਦਾਲਾਂ, ਮਿਰਚਾਂ, ਨਮਕ, ਹਲਦੀ, ਜੋ ਚਾਹੀਦਾ ਸਾਰਾ ਰਸੋਈ ਦਾ ਸਮਾਨ ਪੂਰਾ ਕਰ ਦਿੱਤਾ ਹੈ। ਦੋਹਰਾ ਕੰਚਨ ਭੂਖਣ ਨਗ ਜਟੇ, ਪਹਿਰਾਏ ਘਰ ਵਾਏ। ਫਿਰ ਗਹਿਣੇ ਵੀ ਦਿੱਤੇ, ਅਲੱਗ ਕਰਨ ਵੇਲੇ ਸੋਹਣੇ ਸੁੰਦਰ ਗਹਿਣੇ ਦਿੱਤੇ ਹਨ। ਹਰ ਕੀ ਔਰ ਬਹੁ ਨਾਨਕੀ, ਭਰਾਤਾ ਭੌਨ ਬਸਾਏ। ਬਈ ਭਰਾ ਦਾ ਮੇਰੇ ਦਾ ਘਰ ਬਣ ਗਿਆ ਤੇ ਬੇਬੇ ਨਾਨਕੀ ਜੀ ਦੇ ਪੈਰ ਜ਼ਮੀਨ ਨੂੰ ਨਹੀਂ ਲੱਗਦੇ। ਬੜੇ ਖੁਸ਼ ਹੋਏ ਬੇਬੇ ਨਾਨਕੀ ਜੀ, ਮੇਰੇ ਭਰਾ ਦਾ ਘਰ ਬਣ ਗਿਆ ਹੈ। ਚੌਪਈ ਕਮਲ ਬਦਨ ਨਿਜ ਸਦਨ ਨਾ ਆਵੇ, ਆਪਨ ਪਰਨਿਸ ਦਿਸ਼ੋਜ ਬਿਤਾਵੇ। ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਕਦੇ ਕਦੇ ਗੇੜਾ ਮਾਰਦੇ ਨੇ, ਹਰ ਰੋਜ਼ ਘਰ ਆਉਂਦੇ ਹੀ ਨਹੀਂ। ਕਦੇ ਕਦੇ ਦੁਕਾਨ ਤੇ, ਆਪਨ ਤੋਂ ਭਾਵ ਦੁਕਾਨ ਤੇ ਬੈਠਦੇ ਨੇ, ਸੌਦਾ ਵੰਡੀ ਜਾਂਦੇ ਨੇ ਤੇ ਕਈ ਵਾਰ ਦੁਕਾਨ ਤੇ ਹੀ ਚੌਂਕੜੀ ਮਾਰ ਕੇ ਜਪ ਲੈਂਦੇ ਨੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ। ਕਦੇ ਕਦੇ ਗੁਰੂ ਨਾਨਕ ਪਾਤਸ਼ਾਹ ਦੁਕਾਨ ਤੇ ਹੀ ਡੇਰਾ ਲਾ ਲੈਂਦੇ ਹਨ। ਚੌਪਈ ਕਮਲ ਬਦਨ ਨਿਜ ਸਦਨ ਨਾ ਆਵੇ, ਆਪਨ ਪਰਨਿਸ ਦਿਸ਼ੋ ਬਿਤਾਵੇ। ਕਈ ਵਾਰ ਸਾਰਾ ਦਿਨ ਦੁਕਾਨ ਤੇ ਹੀ ਰਹਿੰਦੇ ਨੇ, ਸ਼ਾਮਾਂ ਨੂੰ ਵੀ ਦੁਕਾਨ ਤੇ, ਕਈ ਵਾਰ ਦੇਰ ਰਾਤ ਤੱਕ ਦੁਕਾਨ ਬੰਦ ਕਰਦੇ ਹਨ। ਜੇ ਕਬੇ ਆਵੇ ਦੀਨ ਨ ਨਾਥਾ, ਭਣਤ ਨ ਬਚਨ ਸੁਲਖਣੀ ਸਾਥਾ। ਔਰ ਜੇ ਕਦੇ ਆ ਵੀ ਜਾਂਦੇ ਨੇ ਘਰ, ਫਿਰ ਮਾਤਾ ਸੁਲੱਖਣੀ ਜੀ ਨੂੰ ਬੁਲਾਉਂਦੇ ਕੋਈ ਨਹੀਂ, ਬੋਲਦੇ ਕੋਈ ਨਹੀਂ, ਬਸ ਆਏ, ਬੈਠੇ, ਖਾਣਾ ਖਾਦਾ, ਫਿਰ ਵਾਪਸ ਚਲੇ ਗਏ। ਕਿੰਚਿਤ ਪ੍ਰੀਤ ਨ ਚਿਤ ਤੇ ਕਰਈ, ਆਨ ਦਰਬ ਕੁਛ ਧਾਮ ਨ ਧਰਈ। ਨਾ ਘਰ ਵਿੱਚ ਕੋਈ ਪੈਸਾ ਦਿੰਦੇ ਨੇ, ਨਾ ਕੋਈ ਜ਼ਿਆਦਾ ਮੋਹ ਪਾਇਆ, ਘਰ ਵਿੱਚ ਮੋਹ ਨਹੀਂ ਪਾਇਆ, ਨਾ ਜ਼ਿਆਦਾ ਪੈਸਾ ਦਿੰਦੇ ਹਨ। ਦੀਨ ਨ ਦੇਨੋ ਦਾਨ ਦਾਨਾਈ, ਕਰ ਦੁਕਾਨ ਜਗ ਰੀਤ ਚਲਾਈ। ਬਸ ਘਰ ਵਿੱਚ ਵੀ ਦਾਨ ਤੇ ਬਾਹਰ ਦੁਕਾਨ ਵਿੱਚ ਵੀ ਦਾਨ ਹੀ ਕਰਦੇ ਹਨ। ਦੇਤ ਭੂਰ ਨਿਤ ਭੀਰ ਭਵੰਤਾ, ਦੇ ਨਿਰਾਸਲ ਸ੍ਰੀ ਜਗ ਕੰਤਾ। ਸਤਿਗੁਰ ਪਾਤਸ਼ਾਹ ਜਗਤ ਦੇ ਪਤੀ ਬਸ ਆਪਣਾ ਫਰਜ਼ ਪੂਰਾ ਕਰਦੇ ਨੇ, ਵੀ ਜਿਹੜਾ ਜੋ ਜੀ ਆਵੇ ਸੋ ਰਾਜੀ ਜਾਵੇ, ਤੇ ਮਨ ਮੰਗੀਆਂ ਮੁਰਾਦਾਂ ਪਾਵੇ।
ਜਿਹੜਾ ਆਵੇ ਉਹਨੂੰ ਦੇਈ ਜਾਂਦੇ ਹਨ। ਕੋ ਬਿਲੋਕ ਨਰ ਕੀਰਤ ਕਰਹੀ, ਕੋ ਇਕ ਹਿਰਦੈ ਅਸੂਦਾ ਧਰਹੀ। ਕਈ ਲੋਕ ਤਾਂ ਜੀ ਤਾਰੀਫ ਕਰਦੇ ਨੇ ਬਈ ਨਾਨਕ ਜੀ ਵਰਗਾ ਹੋਰ ਕੋਈ ਨਹੀਂ ਹੈ। ਨਾਨਕ ਜੀ ਸਭ ਨੂੰ ਦਾਨ ਦਿੰਦੇ ਨੇ, ਔਰ ਕਈ ਈਰਖਾਲੂ ਵੀ ਨੇ, ਉਹ ਈਰਖਾ ਵੀ ਕਰਦੇ ਨੇ ਵੀ ਇਹ ਦਾਨ ਕਰੀ ਜਾਂਦੇ ਨੇ, ਲੁਟਾਈ ਤੁਰੀ ਜਾਂਦੇ ਨੇ, ਇਹ ਨੁਕਸਾਨ ਕਰਦੇ ਹਨ। ਦੋਹਰਾ ਸੁਨ ਬਿਖ ਖਿਜੈ ਸੁਲਖਣੀ, ਅਸ ਪ੍ਰਕਾਰ ਵਿਵਹਾਰ। ਘਰ ਕੀ ਤੀਰ ਨ ਜਾਣਈ, ਬਾਹਰ ਬਨਿਓ ਉਧਾਰ। ਮਾਤਾ ਸੁਲੱਖਣੀ ਜੀ ਦਾ ਮਨ ਬੜਾ ਖਰਾਬ ਹੋ ਗਿਆ। ਕਹਿੰਦੇ ਬਾਹਰ ਇੰਨੇ ਦਿਆਲੂ ਨੇ ਤੇ ਘਰ ਦੀ ਕਦੇ ਖਬਰੇ ਨਹੀਂ ਲਈ। ਘਰ ਦਾ ਕੋਈ ਦੁੱਖ ਕੋਈ ਸੁੱਖ ਮੇਰੇ ਨਾਲ ਬੈਠ ਕੇ ਕਦੇ ਗੱਲਬਾਤ ਨਹੀਂ ਕੀਤੀ, ਕੋਈ ਗੱਲਬਾਤ ਨਹੀਂ ਹੈ। ਬਾਹਰ ਇੰਨੇ ਦਿਆਲ ਬਣੇ ਹੋਏ ਹਨ। ਚਉਪਈ ਰਾਖੈ ਦਰਬ ਨ ਖੋਏ ਅਕਾਜੂ, ਸਦਾ ਮੂਲ ਜੋ ਗ੍ਰਸਤ ਸਮਾਜੂ। ਨਾ ਧਨ ਰੱਖਦੇ ਨੇ ਵੀ ਕੰਮ ਆਵੇਗਾ, ਵੰਡੀ ਤੁਰੀ ਜਾਂਦੇ ਨੇ। ਸਮਾਜ ਦੇ ਕਿੰਨੇ ਕੰਮ ਕਰਨ ਵਾਲੇ ਹੁੰਦੇ ਨੇ ਘਰ ਦੇ, ਪਰ ਧਨ ਨਹੀਂ ਬਚਾਉਂਦੇ। ਘਰ ਕੇ ਖਰਚ ਅਨਕ ਬਿਦ ਹੋਏ, ਦਰਬ ਪਾਸ ਤੇ ਪੂਜੈ ਸੋਏ। ਬਈ ਪੈਸੇ ਤੋਂ ਬਿਨਾਂ ਤਾਂ ਗ੍ਰਸਤੀ ਜੀਵਨ ਚੱਲਦਾ ਨਹੀਂ ਹੈ। ਮਾਤਾ ਸੁਲੱਖਣੀ ਜੀ ਅੰਦਰ ਬੜੇ ਦੁਖੀ ਨੇ। ਮੇਰਾ ਪਤੀ ਹੈ, ਘਰ ਨਹੀਂ ਆਉਂਦਾ, ਮੇਰੇ ਨਾਲ ਬੋਲਦਾ ਨਹੀਂ, ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ ਕਰਦਾ। ਆ ਕੇ ਬੈਠੇ, ਖਾਣਾ ਖਾਧਾ, ਚਲੇ ਗਏ। ਘਰ ਵਿੱਚ ਕੋਈ ਸਮਾਨ ਹੈ ਨਹੀਂ ਹੈ, ਇਹਨਾਂ ਨੂੰ ਕੁਛ ਨਹੀਂ ਪਤਾ। ਇਨਕੇ ਮਨ ਇਹ ਬਾਤ ਨਾ ਕਾਈ, ਜੋ ਆਵਦ ਸਭ ਦੇਤ ਲੁਟਾਈ। ਇਹਨਾਂ ਦੇ ਮਨ ਵਿੱਚ ਕੋਈ ਗੱਲੇ ਨਹੀਂ ਆਉਂਦੀ, ਜੋ ਆਇਆ ਸਭ ਲੁਟਾਈ ਜਾਂਦੇ ਹਨ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ। ਕੋਈ ਨਹੀਂ ਚਲੇ ਚਲੋ। ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਬਾਬਾ, 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 ਤੂੰ ਹੀ ਨਿਰੰਕਾਰ। ਬਾਜੀ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਹਾਂਜੀ। ਤਨ ਰਾਖਨ ਨਿਜ ਉਰ ਨ ਵਿਚਾਰਾ, ਅਵਰ ਨ ਵਰਜੈ ਭੇ ਅਨੁਸਾਰਾ। ਨਾ ਕੋਈ ਇਹਨਾਂ ਨੂੰ ਵਰਜਦਾ, ਰੋਕਦਾ ਵੀ ਕੋਈ ਨਹੀਂ, ਤੇ ਧਨ ਕਮਾ ਕੇ ਘਰ ਨੂੰ ਨਹੀਂ ਲੈ ਕੇ ਆਉਂਦੇ। ਸਦਾ ਗਿਣਤ ਗਿਣਤੀ ਇਸ ਭਾਂਤੀ, ਹਿਰਦੈ ਦੁਖਤ ਰਹਿਤ ਦਿਨ ਰਾਤੀ। ਮਾਤਾ ਜੀ ਅੰਦਰੋਂ ਦੁਖੀ ਬੜੇ ਨੇ, ਬਾ ਗਿਣਤੀਆਂ ਗਿਣਦੇ ਰਹਿੰਦੇ ਨੇ, ਕਦੋਂ ਆਉਣਗੇ ਕਦੋਂ ਬੁਲਾਉਣਗੇ। ਕੋਈ ਗੱਲਬਾਤ ਕਰਨ, ਕੋਈ ਦੁੱਖ ਦੀ ਕੋਈ ਸੁੱਖ ਦੀ, ਕੋਈ ਧਨ ਲੈ ਕੇ ਆਉਣ। ਮਾਤਾ ਜੀ ਗਿਣਤੀਆਂ ਗਿਣਦੇ ਹਨ। ਕਬ ਕਬ ਆਏ ਨਾਨਕੀ ਪਾਸਾ, ਕਹਿ ਰੋਸ ਸੋ ਨਿਜ ਦੁਖ ਰਾਸਾ। ਕਦੇ ਕਦੇ ਮਾਤਾ ਸੁਲੱਖਣੀ ਜੀ ਬੇਬੇ ਨਾਨਕੀ ਕੋਲ ਚਲੇ ਜਾਂਦੇ ਨੇ ਤੇ ਜਾ ਕੇ ਆਪਣਾ ਦੁੱਖ ਬੋਲਦੇ ਹਨ। ਨਿਜ ਭਰਾਤਾ ਕੋ ਨ ਸਮਝਾਵੇ, ਗ੍ਰਹਿਤ ਕਾਜ ਕਿਉ ਕਿਉ ਬਨਿਆਵੇ। ਕਹਿੰਦੇ ਆ ਤੁਸੀਂ ਕਿਉਂ ਨਹੀਂ ਸਮਝਾਉਂਦੇ ਆਪਣੇ ਭਰਾ ਨੂੰ, ਏਦਾਂ ਤਾਂ ਗ੍ਰਸਤੀ ਜੀਵਨ ਚੱਲਦਾ ਨਹੀਂ ਹੈ। ਆਨ ਸਦਨ ਬਦਨ ਦਿਖਾਵੇ, ਸਰਬ ਦਰਬ ਕੋ ਬਹਿਰ ਲੁਟਾਵੇ। ਘਰ ਨਹੀਂ ਆਉਂਦੇ, ਕਿੰਨੇ ਕਿੰਨੇ ਦਿਨ ਨਹੀਂ ਆਉਂਦੇ ਤੇ ਸਾਰਾ ਧਨ ਲੁਟਾਈ ਜਾਂਦੇ ਨੇ। ਤੁਸੀਂ ਆਪਣੇ ਭਰਾ ਨੂੰ ਕੁਝ ਸਮਝਾਵੋ। ਸੁਨ ਕਰ ਸਰੋਨ ਨਾਨਕੀ ਬਾਨੀ, ਭਰਜਾਈ ਸਭ ਬਿਦ ਸਨਮਾਨੀ। ਫੇਰ ਬੇਬੇ ਨਾਨਕੀ ਜੀ ਨੇ ਸੁਣਿਆ ਤੇ ਆਪਣੀ ਭਰਜਾਈ ਨੂੰ ਪਿਆਰ ਨਾਲ ਸਮਝਾਉਂਦੇ ਹਨ। ਮਦਰ ਬਚਨ ਸੋ ਸਿਖਵਨ ਦੀਨੀ, ਜਗਤ ਰੀਤ ਲਖ ਸਾਚੀ ਚੀਨੀ। ਬੜੇ ਪਿਆਰ ਨਾਲ ਸਿੱਖਿਆ ਦਿੱਤੀ ਹੈ। ਜਿਉ ਉਚਰਤ ਤਿਉ ਕਰੀਏ ਕਾਜੂ, ਜਿਉ ਸੋ ਕਰਹਿ ਰਹਿਤ ਤਿਉ ਰਾਜੂ। ਇੱਕ ਵਾਰੀ ਆਖੋ ਸਤਨਾਮ ਸ੍ਰੀ, ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਿੱਖਿਆ ਇਹ ਦਿੱਤੀ, ਜਿੱਦਾਂ ਮੇਰਾ ਭਰਾ ਕਹਿੰਦਾ ਤੁਸੀਂ ਓਦਾਂ ਕਰੋ, ਆਪਣੀ ਮਰਜ਼ੀ ਨਾ ਕਰੋ। ਉਹ ਰੱਬ ਦਾ ਰੂਪ ਹੈ, ਤੁਸੀਂ ਪਛਾਣਿਆ ਨਹੀਂ ਹਾਲੇ।
ਸਾਧ ਸੰਗਤ ਮਾਤਾ ਸੁਲੱਖਣੀ ਜੀ ਦੇ ਕਿੱਡੇ ਵੱਡੇ ਤਪ ਹੋਣਗੇ, ਕਿੱਡਾ ਵੱਡਾ ਤਪ ਹੋਵੇਗਾ ਕਿ ਨਿਰੰਕਾਰ ਦੇ ਪਤਨੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਨਾਨਕ ਪਾਤਸ਼ਾਹ ਦੀ ਧਰਮ ਸੁਪਤਨੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਮਾਤਾ ਜੀ ਦੇ ਕਿੱਡੇ ਵੱਡੇ ਭਾਗ ਹੋਣਗੇ, ਪਰ ਪਛਾਣ ਨਹੀਂ ਆਈ, ਪਛਾਣ ਨਹੀਂ ਆਈ। ਆ ਜਾਣੀ ਹੈ, ਥੋੜੀ ਦੇਰ ਦੇ ਵਿੱਚ ਆ ਜਾਣੀ ਹੈ। ਬੇਬੇ ਜੀ ਨੇ ਸਮਝਾਉਣਾ ਕੀਤਾ, ਜਿੱਦਾਂ ਪਤੀ ਚਾਹੁੰਦਾ ਉਸੇ ਤਰ੍ਹਾਂ ਕਰਦੇ ਜਾਓ। ਸਭ ਬਿਦ ਆਪ ਚਤਰ ਸੋ ਸਿਆਣਾ, ਕਿਆ ਸਮਝਾਓ ਨਹੀਂ ਇਆਨਾ। ਉਹ ਸਾਰੀਆਂ ਵਿਧੀਆਂ ਨੂੰ ਜਾਣਦੇ ਨੇ, ਚਤਰ ਨੇ, ਸਿਆਣੇ ਨੇ। ਜਿੱਦਾਂ ਉਹ ਕਹਿੰਦੇ ਨੇ ਉਸ ਤਰ੍ਹਾਂ ਕਰੋ। ਮਤ ਤੇ ਤਜੋ ਸਮਤ ਪ੍ਰਤਕੂਲਾ, ਸਦਾ ਰਦੇ ਸੋ ਰਹੋ ਅਨਕੂਲਾ। ਉਹਨਾਂ ਦੇ ਅਨੁਕੂਲ ਰਹੋ, ਉਹਨਾਂ ਦੇ ਪ੍ਰਤੀਕੂਲ ਨਾ ਜਾਓ, ਉਲਟੇ ਨਾ ਜਾਓ। ਜਿੱਦਾਂ ਤੁਹਾਡੇ ਪਤੀ ਚੱਲਦੇ ਨੇ ਉਸ ਤਰ੍ਹਾਂ ਚੱਲਣ ਦਾ ਯਤਨ ਕਰੋ। ਜੋ ਕੁਛ ਲਾਲਸ ਹੋਏ ਪਦਾਰਥ, ਕਹਿ ਮੋਸੋ ਪੁਰਵੋ ਸਭ ਸਵਾਰਥ। ਹਾਂ, ਕਿਸੇ ਪਦਾਰਥ ਦੀ ਲੋੜ ਹੈ ਮੈਨੂੰ ਦੱਸੋ, ਮੈਂ ਤੁਹਾਡੀ ਹਰ ਇੱਛਾ ਪੂਰੀ ਕਰਾਂਗੀ। ਜਾਨੋ ਭਲਾ ਕੰਤ ਅਨੁਸਾਰਾ, ਹੋਵੇ ਸਰਬ ਭਾਂਤ ਸੁਖ ਭਾਰਾ। ਆਪਣੇ ਕੰਤ ਦੇ ਭਲਾ ਹੈ, ਕੰਤ ਹੈ ਤੁਹਾਡਾ, ਆਪਣੇ ਕੰਤ ਦੇ ਭਲੇ ਦੇ ਵਿੱਚ ਚੱਲੋ। ਮధుਰ ਗਿਰਾ ਕੀ ਸੀਖ ਸੁਨੀ ਜਬ, ਤੂਸ਼ਨ ਭਈ ਸੁਲਖਣੀ ਮੁਖ ਤਬ। ਜਦੋਂ ਸੋਹਣੀਆਂ ਸੋਹਣੀਆਂ ਗੱਲਾਂ ਸੁਣੀਆਂ ਨਾ ਬੇਬੇ ਨਾਨਕੀ ਜੀ ਦੇ ਮੁਖ ਤੋਂ, ਫਿਰ ਮਾਤਾ ਸੁਲੱਖਣੀ ਜੀ ਚੁੱਪ ਕਰ ਗਏ। ਦੋਹਰਾ ਸਦਨ ਗਈ ਪੁਨ ਆਪਨੇ, ਮਨ ਸਚਿੰਤਨਿਤ ਹੋਏ। ਫਿਰ ਆਪਣੇ ਘਰ ਚਲੇ ਗਏ, ਮਨ ਵਿੱਚ ਨਿਸ਼ਚਾ ਕਰ ਲਿਆ ਹੈ। ਸਮਾਂ ਬਿਤਾਵਨ ਕਿਤ ਕੇ, ਮੁਖ ਤੇ ਤੂਸ਼ਨ ਹੋਏ। ਕਹਿੰਦੀ ਚਲੋ ਸਮਾਂ ਹੀ ਕੱਟਣਾ ਹੈ, ਜਿਸ ਤਰ੍ਹਾਂ ਹੈ ਉਸ ਤਰ੍ਹਾਂ ਕੱਟ ਲੈਨੇ ਆ, ਕੋਈ ਗੱਲ ਨਹੀਂ ਹੈ, ਇਹ ਸਮਾਂ ਵੀ ਨਿਕਲ ਜਾਵੇਗਾ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਅਸ ਪ੍ਰਕਾਰ ਕਛ ਸਮਾਂ ਬਿਤਾਇਓ, ਮਿਲਨ ਹੇਤ ਤਬ ਮੂਲਾ ਆਇਓ। ਲਓ ਜੀ, ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਮੂਲਾ ਖੱਤਰੀ ਜੀ ਤੇ ਚੰਦੋ ਰਾਣੀ ਇਹ ਦੋਨੇ ਮਿਲਣ ਵਾਸਤੇ ਆਪਣੀ ਧੀ ਨੂੰ ਆ ਗਏ ਨੇ। ਤੇ ਧੀ ਤਾਂ ਵਿਚਾਰੀ ਦੁਖੀ ਬਹੁਤ ਹੈ, ਪਤੀ ਘਰ ਆਉਂਦਾ ਨਹੀਂ ਹੈ, ਧਨ ਨਹੀਂ ਦਿੰਦਾ, ਦੁੱਖ ਨਹੀਂ ਪੁੱਛਦਾ, ਸੁੱਖ ਨਹੀਂ ਦੱਸਦਾ, ਕੁਝ ਨਹੀਂ ਕਰਦਾ। ਅੰਦਰੋਂ ਮਾਤਾ ਸੁਲੱਖਣੀ ਜੀ ਦੁਖੀ ਨੇ, ਇੱਧਰ ਮੂਲਾ ਜੀ ਆ ਗਏ ਹਨ। ਸਦਨ ਸੁਤਾ ਕੇ ਪਰ ਵਿਸ਼ਿਓ ਜਬ ਹੀ, ਉਮਗਿਓ ਨਿਹੋ ਅਧਿਕ ਮਨ ਤਬ ਹੀ। ਆਏ ਮੂਲਾ ਜੀ ਅੰਦਰ ਗਏ, ਪਿਤਾ ਨੂੰ ਦੇਖ ਕੇ ਬਸ ਧੀ ਦੇ ਅੰਦਰਲਾ ਦੁੱਖ ਫੁੱਟ ਪਿਆ ਹੈ। ਉਠੀ ਸੁਲੱਖਣੀ ਸੋਚਨ ਨੀਰਾ, ਭਰ ਆਵਾ ਔਰ ਭਈ ਅੰਧੀਰਾ। ਬਹੁਤ ਅਧੀਰ ਹੋ ਗਏ, ਗਲਵਕੜੀ ਪਾ ਕੇ ਪਿਤਾ ਨੂੰ ਮਾਤਾ ਸੁਲੱਖਣੀ ਜੀ ਦੀਆਂ ਨੇਤਰਾਂ ਵਿੱਚੋਂ ਜਲ ਜਾਣ ਲੱਗ ਪਿਆ। ਪਿਤ ਸੋ ਮਿਲ ਰੋਵਨ ਬਹੁ ਲਾਗੀ, ਮਨ ਦੁਖ ਤੇ ਜਨ ਕਰੁਣਾ ਪਾਗੀ। ਬਸ ਅੰਦਰੋਂ ਦੁੱਖ ਜਿਹੜਾ ਸੀ ਨਾ ਉਹ ਫੁੱਟ ਪਿਆ ਤੇ ਅੰਦਰ ਰੋ ਰੋ ਕੇ ਸਾਰਾ ਹਾਲ ਆਪਣੇ ਪਿਤਾ ਜੀ ਨੂੰ ਸੁਣਾਉਣ ਲੱਗੇ ਹਨ। ਅਸੁਰ ਪਾਤ ਸੋ ਚੀਰ ਭਗੋਵਾ, ਜਨ ਦੁਖ ਆਪਣੋ ਮਲ ਮਲ ਧੋਵਾ। ਸਾਰੇ ਕੱਪੜੇ ਪਿਤਾ ਜੀ ਦੇ ਰੋ ਰੋ ਕੇ ਭਿਉਂ ਦਿੱਤੇ, ਏਦਾਂ ਜਿਵੇਂ ਸਮਝ ਲਓ ਵੀ ਆਪਣਾ ਦੁੱਖ ਧੋ ਰਹੇ ਨੇ। ਇੰਨਾ ਜਲ ਜਾ ਰਿਹਾ ਨੇਤਰਾਂ ਵਿੱਚੋਂ, ਰੋ ਰੋ ਕੇ ਆਪਣੇ ਪਿਤਾ ਜੀ ਨੂੰ ਆਪਣਾ ਦੁੱਖ ਸੁਣਾਉਂਦੇ ਹਨ। ਬਹੁਰ ਬੈਸ ਕਰ ਪਿਤਾ ਬਸਾਵਾ, ਨਿਜ ਦੁਖ ਕਰਮ ਕਰਮ ਸਭੈ ਸੁਨਾਵਾ। ਫਿਰ ਇੱਕ ਇੱਕ ਕਰਕੇ ਨਾ ਆਪਣੇ ਸਾਰੇ ਦੁੱਖ ਦੱਸਣੇ ਸ਼ੁਰੂ ਕਰਤੇ। ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕਿੰਨੇ ਸਾਲ ਬੀਤ ਗਏ ਤੇ ਅੱਜ ਤੱਕ ਮੇਰੇ ਨਾਲ ਕਦੇ ਬੋਲੇ ਨਹੀਂ, ਮੇਰੇ ਨਾਲ ਗੱਲਬਾਤ ਨਹੀਂ ਕੀਤੀ, ਮੇਰਾ ਕਦੇ ਦੁੱਖ ਨਹੀਂ ਜਾਣਿਆ। ਮੈਨੂੰ ਕੀ ਚਾਹੀਦਾ, ਘਰ ਵਿੱਚ ਕੀ ਸਮਾਨ ਚਾਹੀਦਾ, ਕੀ ਸੌਦਾ ਲਿਆਉਣਾ, ਧਨ ਚਾਹੀਦਾ ਜਾਂ ਨਹੀਂ ਚਾਹੀਦਾ। ਪਿਤਾ ਜੀ ਉਹ ਤਾਂ ਘਰ ਆਉਂਦੇ ਹੀ ਨਹੀਂ ਹਨ। ਮੋਚਤ ਲੋਚਨ ਬੂੰਦਨ ਨੀਰਾ, ਕਹਿਤ ਬਚਨ ਕੋ ਹੋਤ ਅਧੀਰਾ। ਬੜੀ ਅਧੀਰਗੀ ਦੇ ਨਾਲ ਮਾਤਾ ਸੁਲੱਖਣੀ ਜੀ ਬਚਨ ਕਰਦੇ ਹਨ। ਸੁਨ ਪਿਤ ਭਲੇ ਸੰਗ ਹੋ ਲਾਈ, ਜਿਹਨ ਕੇਤ ਕੀ ਚਿੰਤ ਨ ਕਾਈ। ਪਿਤਾ ਜੀ ਤੁਸੀਂ ਬੜਾ ਮਾੜਾ ਕੰਮ ਕੀਤਾ,
ਚੰਗਾ ਮੈਨੂੰ ਇਹਦੇ ਮਗਰ ਲਾਇਆ, ਇਹ ਤਾਂ ਘਰ ਦੀ ਖਬਰੇ ਨਹੀਂ ਲੈਂਦੇ। ਕਰ ਸੰਬੰਧ ਡੋਬ ਤੁਮ ਦੀਨੀ, ਪੂਰਬ ਜਨਮ ਕਰਮ ਮੈਂ ਹੀਨੀ। ਮੇਰੇ ਤਾਂ ਮਾੜੇ ਕਰਮ ਨੇ, ਤੁਸੀਂ ਮੈਨੂੰ ਡੋਬ ਦਿੱਤਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਤਾ ਜੀ ਮੇਰੇ ਮਾੜੇ ਕਰਮ ਹੋਣੇ ਨੇ, ਤੁਸੀਂ ਇਹਦੇ ਲੜ ਲਾ ਦਿੱਤਾ। ਇਹ ਤਾਂ ਫਕੀਰ ਹੈ, ਇਹ ਤਾਂ ਘਰ ਆਉਂਦਾ ਹੀ ਨਹੀਂ, ਲੋਕਾਂ ਨੂੰ ਵੰਡੀ ਚਲਿਆ ਜਾਂਦਾ ਤੇ ਕਦੇ ਘਰ ਦਾ ਹਾਲ ਨਹੀਂ ਪੁੱਛਿਆ। ਮਾਸ ਏਕ ਦੋ ਬਹਿਰ ਬਿਤਾਵੇ, ਕਬ ਨਾ ਸਦਨ ਮੈਂ ਬਦਨ ਦਿਖਾਵੇ। ਇੱਕ ਇੱਕ ਦੋ ਦੋ ਮਹੀਨੇ ਹੀ ਨਹੀਂ ਘਰ ਆਉਂਦੇ, ਬਾਹਰ ਜੰਗਲ ਵਿੱਚੇ ਬੈਠ ਜਾਂਦੇ ਨੇ, ਕਦੇ ਦੁਕਾਨ ਤੇ ਹੀ ਬੈਠ ਜਾਂਦੇ ਨੇ, ਆ ਕੇ ਕਦੇ ਮੁਖ ਦਿਖਾਇਆ ਹੀ ਨਹੀਂ। ਜਿਉ ਨਿਸ ਬਸੈ ਆਨ ਪਰਦੇਸੀ, ਔਰ ਨਿਰਮੋਹ ਰੀਤ ਤਹਿ ਤੈਸੀ। ਕੋਈ ਮੋਹ ਨਹੀਂ ਹੈ। ਜਿੱਦਾਂ ਕੋਈ ਪਰਦੇਸੀ ਘਰ ਵਿੱਚ ਆ ਜਾਂਦਾ ਨਾ ਤੇ ਰਾਤ ਕੱਟ ਕੇ ਚਲਿਆ ਜਾਂਦਾ। ਪਿਤਾ ਜੀ ਇਸ ਤਰ੍ਹਾਂ ਆਉਂਦੇ ਨੇ, ਕਦੇ ਕਦੇ ਮਹੀਨੇ 2 ਮਹੀਨੇ ਬਾਅਦ ਆਏ ਤੇ ਫਿਰ ਚਲੇ ਜਾਂਦੇ ਹਨ। ਅਨਗਨ ਧਨ ਆਪਨ ਪਰ ਆਵੇ, ਸਰਬ ਸਦਨ ਤੇ ਬਹੁਰ ਲੁਟਾਵੇ। ਬਹੁਤ ਧਨ ਆਉਂਦਾ ਪਰ ਸਾਰੇ ਦਾ ਸਾਰਾ ਧਨ ਲੁਟਾਈ ਜਾਂਦੇ ਹਨ। ਸੁਤੈ ਕਿਰਤ ਕੋ ਕਰਤ ਨਿਸ਼ੰਕਾ, ਕੋ ਸਮਝਾਏ ਨਾ ਰਹਿ ਸਸੰਕਾ। ਇਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੈ ਜੀ, ਇਹਨਾਂ ਨੂੰ ਕੋਈ ਸਮਝਾਉਂਦਾ ਨਹੀਂ ਹੈ। ਗ੍ਰਿਹਤ ਰੀਤ ਤੇ ਨੀਤ ਕੁਢਾਲੀ, ਮਾਨੋ ਬਨਿਓ ਫਜੂਲਨ ਸਾਲੀ। ਬਸ ਐਵੇਂ ਫਜ਼ੂਲ ਦਾ ਖਰਚਾ ਕਰੀ ਜਾਂਦੇ ਨੇ, ਫਕੀਰਾਂ ਦੇ ਨਾਲ ਰਹਿੰਦੇ ਨੇ, ਕੋਈ ਸਮਝਾਉਂਦਾ ਨਹੀਂ ਤੇ ਸਮਝਦੇ ਵੀ ਨਹੀਂ ਹਨ। ਮੇਲੀ ਸਦਾ ਵਿਸਾਲ ਫਕੀਰਨ, ਘਰ ਕੀ ਬੂਝੈ ਪੀਰ ਅਪੀਰਨ। ਘਰ ਦੀ ਪੀੜ, ਘਰ ਦੀ ਦੁੱਖ ਜਾਂ ਸੁੱਖ ਇਹ ਨਹੀਂ ਸਮਝਦੇ, ਬਸ ਫਕੀਰਾਂ ਦੇ ਨਾਲ ਰਹਿੰਦੇ ਹਨ। ਮਹਿ ਰੰਚਕ ਭਰ ਮਮ ਸਤਕਾਰਾ, ਸੋ ਹਿਰਦੈ ਸਭਹੀਂ ਦੁਖ ਭਾਰਾ। ਮੇਰਾ ਕੋਈ ਸਤਕਾਰ ਨਹੀਂ ਕਰਦੇ, ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ। ਸੁਨਤ ਸੁਧਾ ਕੇ ਬੈਨ ਦੁਖਾਰੇ, ਮੂਲੇ ਅਸਰ ਲੋਚਨ ਡਾਰੇ। ਮੂਲੇ ਦੀਆਂ ਵੀ ਅੱਖਾਂ ਵਿੱਚੋਂ ਜਲ ਆ ਗਿਆ ਆਪਣੀ ਪੁੱਤਰੀ ਦਾ ਦੁੱਖ ਦੇਖ ਕੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਪਿਤਾ ਆਪਣੀ ਧੀ ਨੂੰ ਦੁਖੀ ਦੇਖਦਾ ਨਾ ਤੇ ਲਾਜ਼ਮੀ ਅੱਖਾਂ ਭਰ ਆਉਂਦੀਆਂ ਨੇ। ਪਿਤਾ ਦੀਆਂ ਅੱਖਾਂ ਭਰ ਆਈਆਂ। ਜਰ ਵਰ ਗਿਓ ਹਿਰਦੈ ਕੇ ਮਾਹੀ, ਅਧਿਕ ਰੋਸ ਕਰਤੈ ਪਛਤਾਹੀ। ਬੜਾ ਗੁੱਸੇ ਨਾਲ ਭਰ ਗਿਆ, ਰੋਸ ਆ ਗਿਆ ਅੰਦਰ। ਕਾਲੂ ਕਿਆ ਮੂਲਾ ਜੋ ਕ੍ਰੋਧੀ, ਨਹਿ ਜਾਣੈ ਸ੍ਰੀ ਨਾਨਕ ਲੋ ਸੋਧੀ। ਕਾਲੂ ਕੀ ਗੁੱਸੇ ਵਾਲਾ ਜੀ, ਜਿੰਨਾ ਮੂਲ ਚੰਦ ਗੁੱਸੇ ਵਾਲਾ। ਕਾਲੂ ਤਾਂ ਕੁਛ ਵੀ ਨਹੀਂ ਗੁੱਸਾ ਕਰਦੇ, ਮੂਲ ਚੰਦ ਬਹੁਤ ਗੁੱਸੇ ਵਾਲਾ ਹੈ। ਹਿਰਦੈ ਸੁਤਾ ਕੇ ਧੀਰਜ ਦੀਨਾ, ਉਠਿਓ ਆਪ ਰਸ ਮੈਂ ਮਨ ਲੀਨਾ। ਲਓ ਜੀ ਆਪਣੀ ਪੁੱਤਰੀ ਨੂੰ ਤਾਂ ਦਿੱਤਾ ਧੀਰਜ ਤੇ ਆਪ ਉੱਠ ਕੇ ਚੱਲੇ ਨੇ। ਕਿੱਥੇ ਜਾਣਗੇ, ਕੀ ਕਰਨਗੇ, ਇਹ ਆਪਾਂ ਕੱਲ ਨੂੰ ਹੁਣ ਪ੍ਰਸੰਗ ਸਰਵਣ ਕਰਾਂਗੇ। ਕਿਹਨੂੰ ਕਿਹਨੂੰ ਝਿੜਕਾਂ ਮਾਰਨਗੇ, ਕਿਹਨੂੰ ਸਮਝਾਉਣਗੇ, ਕਿਸ ਤਰ੍ਹਾਂ ਦੇ ਬਚਨ ਹੋਣਗੇ, ਇਹ ਕੱਲ ਨੂੰ ਆਪਾਂ ਪ੍ਰਸੰਗ ਪਕੜਾਂਗੇ। ਇੱਕ ਵਾਰੀ ਜਪੋ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਜੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ